ਦਵਿੰਦਰ ਸ਼ਰਮਾ ਜੀ ਤੁਹਾਡਾ ਤੇ ਹਮੀਰ ਭਾਜੀ ਸਰ ਮੈਂ ਤੁਹਾਡੇ ਤੋਂ ਹੀ ਗੱਲ ਸ਼ੁਰੂ ਕਰਨੀ ਚਾਹੁੰਦਾ ਕਿ ਜਿਹੜੇ ਦੇਸ਼ ਦੇ ਮੁਖੀ ਲੀਡਰ ਨੇ ਉਹ ਤੁਹਾਨੂੰ ਬੁਲਾ ਕੇ ਪੁੱਛਦੇ ਨੇ ਕਿ ਖੇਤੀ ਦੇ ਮਸਲੇ ਹੱਲ ਕਿਵੇਂ ਕਰੀਏ, ਚਾਹੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੈਂ ਗੱਲ ਕਰ ਲਵਾਂ, ਚਾਹੇ ਹਾਲ ਹੀ 'ਚ ਰਾਹੁਲ ਗਾਂਧੀ ਦੀ ਯਾਤਰਾ 'ਚ ਮੈਂ ਗੱਲ ਕਰ ਲਵਾਂ ਕਿ ਤੁਸੀਂ ਕਦਮ ਨਾਲ ਕਦਮ ਮਿਲਾ ਕੇ ਤੁਰਦੇ ਵੀ ਹੋ, ਤੇ ਰਾਹੁਲ ਗਾਂਧੀ ਬਾਰ-ਬਾਰ ਤੁਹਾਤੋਂ ਕਾਫੀ ਕੁਝ ਪੁੱਛਦੇ ਨੇ, ਤੇ ਜੀਐਮ ਸਰੋਂ ਤੇ ਲੈ ਕੇ ਪੰਜਾਬ ਦੀ ਸਰਕਾਰ ਵੀ ਇੱਕ ਸੈਮੀਨਾਰ ਕਰਦੀ ਹੈ, ਉੱਥੇ ਵੀ ਇਹ ਤੁਹਾਨੂੰ ਸੁਣਿਆ ਜਾਂਦਾ। ਸੋ ਕੀ ਇਹ ਰਾਜਨੀਤਿਕ ਧਿਰਾਂ ਕਿਸਾਨੀ ਦੇ ਮਸਲਿਆਂ ਨੂੰ ਹੱਲ ਕਰਨਾ ਚਾਹੁੰਦੀਆਂ ਨੇ ਜਾਂ ਸਿਰਫ ਸੁਣ ਕੇ ਛੱਡ ਦਿੰਦੀਆਂ ਨੇ? ਪਹਿਲੇ ਤਾਂ ਗੱਲ ਦੀਪਕ ਜੀ ਹੈ ਕਿ ਅੱਜ ਮੈਂ ਆਈ ਫੀਲ ਵੈਰੀ ਡਿਲਾਈਟਡ ਕਿ ਅੱਜ ਮੈਂ ਦੋ ਐਸੀ ਪਰਸਨੈਲਿਟੀਜ਼ ਨਾਲ ਅੱਜ ਬੈਠ ਰਿਹਾ ਹੈਗਾ ਜਿਨ੍ਹਾਂ ਨਾਲ ਕਦੀ ਮੈਂ ਜਾਵਾਂ, ਜਦ ਵੀ ਮੈਨੂੰ ਸੁਭਾਗਿਆ ਮਿਲਦਾ ਤਾਂ ਲੋਕੀ ਉਹਨਾਂ ਦੀ ਸੈਲਫੀ ਖਿੱਚਣ ਵਾਸਤੇ ਆਉਂਦੇ ਹੈਗੇ। ਸੋ ਆਈ ਐਮ ਵੈਰੀ ਡਿਲਾਈਟਡ ਕਿ ਅੱਜ ਮੈਨੂੰ ਅੱਜ ਮੌਕਾ ਮਿਲਿਆ ਹੈਗਾ। ਨਹੀਂ ਮਾਣ ਤਾਂ ਸਾਡੇ ਲਈ ਹੈ ਨਹੀਂ ਸਰ, ਇਟਸ ਰੀਅਲੀ ਗ੍ਰੇਟ ਪਲੇਜ਼ਰ। ਔਰ ਦੂਸਰੀ ਗੱਲ ਹੈ ਕਿ ਜੇ ਤੁਹਾਡਾ ਸਵਾਲ ਹੈਗਾ ਬਹੁਤ ਇੰਪੋਰਟੈਂਟ ਹੈ। ਇੰਪੋਰਟੈਂਟ ਇਸ ਕਰਕੇ ਹੈਗਾ ਕਿ ਵੀ ਐਗਰੀਕਲਚਰ ਹਿੰਦੁਸਤਾਨ ਦਾ ਇੱਕ ਐਸੇ ਕ੍ਰਾਈਸਿਸ ਵਿੱਚੋਂ ਨਿਕਲ ਰਿਹਾ ਹੈਗਾ ਜਿਹਦੇ ਉੱਪਰ ਸੋਚਦੇ ਅਸੀਂ ਹੈਗੇ ਕਿ ਇੰਨਾ ਬੜਾ ਲੰਬਾ ਪ੍ਰੋਟੈਸਟ ਵੀ ਕਿਸਾਨਾਂ ਦਾ ਹੋਇਆ ਸੀਗਾ, ਐਂਡ ਇਹ ਸੋਚ ਕੇ ਚੱਲਦੇ ਹਾਂ ਕਿ ਵੀ ਹੋ ਸਕਦਾ ਹੈ ਕਿ ਸਰਕਾਰਾਂ ਦਾ ਫੋਕਸ ਜਿਹੜਾ ਹੈਗਾ ਜਾਂ ਦੁਬਾਰਾ ਰੀਡਰਾਉਨ ਜਿਹਨੂੰ ਕਹਿੰਦੇ ਇਨੀਸ਼ੀਏਟਿਵ ਲੈਣਗੇ ਕੁਝ, ਤਾਂ ਕਿ ਐਗਰੀਕਲਚਰ ਦੇ ਕ੍ਰਾਈਸਿਸ ਨੂੰ ਲੋਕਾਂ ਨੂੰ ਉਭਾਲਿਆ ਜਾਏ, ਉਹ ਤੋਂ ਨਿਕਾਲਿਆ ਜਾਏ, ਹੈ ਨਾ ਜੀ। ਲੇਕਿਨ ਅਨਫੋਰਚੂਨੇਟਲੀ ਅਸੀਂ ਦੇਖ ਰਹੇ ਹਾਂ ਕਿ ਉਹ ਜਿਹੜਾ ਮੂਵਮੈਂਟ ਦਾ ਜਿਹੜਾ ਅਸਰ ਸੀਗਾ ਉਹ ਸ਼ਾਇਦ ਕਿਤੇ ਡਿਸਿਪੇਟ ਹੋ ਚੁੱਕਾ ਹੈਗਾ। ਔਰ ਹੁਣ ਜਿਹੜਾ ਪ੍ਰਯਾਸ ਹੈਗਾ ਕਿ ਉਹ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਵੀ ਉਹਨੂੰ ਪੋਲੀਟੀਸਾਈਜ਼ ਕਿਸ ਤਰ੍ਹਾਂ ਕੀਤਾ ਜਾਏ, ਕਿਹੜੇ ਧੜੇ ਨੇ ਕਿਹਨੂੰ ਸੰਭਾਲਣਾ ਹੈਗਾ, ਜਾਂ ਆਲ ਦੋਸ ਕਾਈਂਡਸ ਆਫ ਪੋਲਿਟਿਕਸ ਜਿਹੜੀ ਆਪਰੇਟ ਕਰਦੀ ਹੈ। ਔਰ ਇਹੀ ਸਟੇਟ ਗਵਰਨਮੈਂਟਸ ਦਾ ਇੱਕ ਨਜ਼ਰੀਆ ਦਿਖ ਰਿਹਾ ਹੈਗਾ ਕਿ ਜਦਕਿ ਇਸ਼ੂ ਇੰਪੋਰਟੈਂਟ ਹੈਗਾ, ਲੇਕਿਨ ਹਮੀਦ ਜੀ ਇਸ ਗੱਲ ਤੋਂ ਤੁਸੀਂ ਵੀ ਸਹਿਮਤ ਹੋਗੇ ਕਿ ਵੀ ਆਫਟਰ ਆਲ ਕਿਆ ਕਾਰਨ ਹੈ ਕਿ ਸਾਰੇ ਇੱਕ ਟੇਬਲ ਤੇ ਬੈਠ ਕੇ ਜਾਂ ਇੱਕ ਪਲੇਟਫਾਰਮ ਤੇ ਆ ਕੇ ਅਸੀਂ ਕਿਉਂ ਨਹੀਂ ਉਹਦਾ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰਦੇ? ਕਿਉਂਕਿ ਆਫਟਰ ਆਲ 50% ਲੋਕੀ ਤਾਂ ਸਿੱਧੇ ਜੁੜੇ ਹੋਏ ਨਾ ਖੇਤੀ ਨਾਲ, ਵਿਚ ਮੀਨਸ ਮੋਰ ਦੈਨ 60 ਕਰੋੜ ਪੀਪਲ ਆਰ ਡਾਇਰੈਕਟਲੀ ਅਟੈਚਡ ਵਿਦ ਐਗਰੀਕਲਚਰ। ਫਿਰ ਵੀ ਕੋਈ ਪ੍ਰਯਾਸ ਨਹੀਂ ਹੋ ਰਿਹਾ ਹੈਗਾ। ਫਿਰ ਵੀ ਅਸੀਂ ਦੇਖ ਰਹੇ ਹੈਗਾ ਕਿ ਤੁਸੀਂ ਕਿਹਾ ਕਿ ਕਮੇਟੀ ਬਣ ਗਈ ਹੈਗੀ, ਪਹਿਲੇ ਵੀ ਕਮੇਟੀਆਂ ਬਣ ਚੁੱਕੀਆਂ ਹੈਗੀਆਂ। ਔਰ ਤੁਸੀਂ ਦੇਖੋ ਸਰ, ਅਸੀਂ ਪੰਜਾਬ ਦੀ ਸੁਸਾਈਡ ਨੂੰ ਛੱਡਦੇ ਹੀ ਅਗਰ ਦੇਸ਼ ਦੀ ਸੁਸਾਈਡ ਦਾ ਐਗਰੀਕਲਚਰ ਦੀ ਸੁਸਾਈਡਸ ਜਾਂ ਫਾਰਮ ਲੇਬਰਸ ਦੀ ਸੁਸਾਈਡ ਜਿਹਨੂੰ ਅਸੀਂ ਕਹਿੰਦੇ ਆ, ਉਹ ਦੇਖਿਆ ਜਾਏ ਤਾਂ ਮੇਰਾ ਆਪਣਾ ਮੰਨਣਾ ਹੈ ਕਿ ਮੋਰ ਦੈਨ 80 ਸਟੱਡੀਜ਼ ਹੋ ਚੁੱਕੀਆਂ ਹੈਗੀਆਂ ਕਿ ਇਹਦੇ ਕੀ ਕਾਰਨ ਹੈਗੇ। ਔਰ ਤੁਸੀਂ ਅੱਜ ਵੀ ਦੇਖੋ ਅਸੀਂ ਉਸੇ ਗੱਲ ਤੇ ਕਰਦੇ, ਫਿਰ ਕਹਿੰਦੇ ਕਮੇਟੀ ਹੋਰ ਬਿਠਾ ਦਿਓ, ਫਿਰ ਕਹਿੰਦੇ ਕਮੇਟੀ ਹੋਰ ਬਿਠਾ ਦਿਓ। ਜੇ ਨਹੀਂ ਕੁਝ ਕਰਨਾ ਹੋਏ ਸ਼ਾਇਦ ਲੋਕੀ ਜਿਸ ਤਰ੍ਹਾਂ ਕਹਿੰਦੇ ਹੈਗੇ ਕਿ ਬਈ ਦੀ ਆਈਡੀਆ ਇਜ਼ ਟੂ ਸੈਟ ਅਪ ਅਨਦਰ ਕਮੇਟੀ। ਕਮੇਟੀ ਦਾ ਮਤਲਬ ਹੈ ਕੰਮ ਮਿੱਟੀ ਕਹਿੰਦੇ, ਜਿਸ ਤਰ੍ਹਾਂ ਕਹਿੰਦੇ ਆ ਜੀ, ਹਾਂਜੀ, ਜਾਂ ਅਗਲੀ ਮੀਟਿੰਗ ਕਦ ਹੋਣੀ ਹੈਗੀ ਹੈ, ਆਲ ਦੋਸ ਥਿੰਗਸ। ਲੇਕਿਨ ਮੈਨੂੰ ਸਮਝ ਨਹੀਂ ਆਉਂਦਾ ਕਿ ਕਿਉਂ ਨਹੀਂ ਇਹ ਜੋ ਤੁਸੀਂ ਕਹਿ ਰਹੇ ਹੋਗੇ ਉਸ ਗੱਲ ਤੇ ਫੋਕਸ ਆ ਸਕੇ ਔਰ ਅਸੀਂ ਕਿਸਾਨੀ ਨੂੰ ਇੱਕ ਵਾਰੀ ਵਨਸ ਫॉर ਆਲ ਅਸੀਂ ਉਸ ਤੋਂ ਨਿਕਾਲ ਸਕੀਏ ਜਿਸ ਭਿਆਨਕ ਕ੍ਰਾਈਸਿਸ ਵਿੱਚੋਂ ਖੇਤੀ ਗੁਜ਼ਰ ਰਹੀ ਹੈ ਇਸ ਸਮੇਂ। ਸਰ ਕੀ ਲੱਗਦਾ ਫਿਰ ਕਮੇਟੀਆਂ ਜਿਹੜੀਆਂ ਕਹਿੰਦੇ ਨੇ ਕਿ ਤੁਸੀਂ ਕਹਿੰਦੇ ਕਮੇਟੀ ਦਾ ਮਤਲਬ ਮਿੱਟੀ ਪਾਓ, ਕੀ ਕਮੇਟੀ ਦਰ ਕਮੇਟੀ ਚੱਲੀ ਜਾਂਦਾ ਜਾਂ ਮਸਲੇ ਹੱਲ ਕਰਨ ਲਈ ਪਹਿਲ? ਨਹੀਂ, ਉਹ ਤਾਂ ਉਹੀ ਗੱਲ ਹੈ ਜਿਵੇਂ ਸਰਪੰਚ ਕਿ ਜੇ ਇੱਕ ਵਾਰ ਤੁਸੀਂ ਕਰ ਲਿਆ ਜਿਵੇਂ ਸੁਸਾਈਡ ਦੇ ਸਰਵੇ ਉਹ ਤਾਂ ਹੋ ਗਏ ਨਾ, ਹੁਣ ਤੁਸੀਂ ਉਹਦਾ ਇਲਾਜ ਕੀ ਕਰਨਾ ਕਿਵੇਂ ਸੋਚਣਾ, ਸਵਾਲ ਇਹ ਹੈ। ਪੰਜਾਬ ਵਰਗਾ ਸੂਬਾ ਉਹ ਕਹਿੰਦਾ ਉਹਦੇ ਕੋਲ ਐਗਰੀਕਲਚਰ ਪਾਲਿਸੀ ਹੋਣੀ ਕਦੇ, ਹੈ ਨਾ, ਡਰਾਫਟ ਬਣਦਾ ਛੁੱਟਦਾ। ਪਹਿਲਾਂ ਕਾਲਕਟ ਸਾਹਿਬ ਬਣੇ ਫਾਰਮਰ ਕਮਿਸ਼ਨ ਦੇ ਚੇਅਰਮੈਨ, ਉਦੋਂ ਕਾਲਕਟ ਡਰਾਫਟ ਹੋ ਗਿਆ, ਰੱਦੀ ਦੀ ਟੋਕਰੀ ਸੁੱਟਿਆ। ਫਿਰ ਅਜੇ ਵੀਰ ਜਾਖੜ ਬਣੇ ਫਾਰਮਰ ਕਮਿਸ਼ਨ ਦੇ ਚੇਅਰਮੈਨ, ਫਿਰ ਇਹ ਸਾਰੀ ਮਸ਼ੱਕਤ ਹੋਈ, ਕਦੇ ਸਭ ਨੂੰ ਸੱਦ ਲਿਆ, ਗੱਲਾਂ ਬਾਤਾਂ ਹੋਈਆਂ, ਅਖਬਾਰਾਂ ਚ ਐਡ ਦਿੱਤੀ, ਉਹ ਕਦੇ ਵੀ ਵਿਧਾਨ ਸਭਾ ਚ ਨਹੀਂ ਗਿਆ, ਉਹ ਰੱਦੀ ਦੀ ਟੋਕਰੀ ਚ ਪਿਆ। ਹੁਣ ਇਹੋ ਜਿਹੀ ਤੀਜੀ ਕਮੇਟੀ ਨਵਾਂ ਕੀ ਕਰ ਦੂਗੀ ਜਿਹੜੀ ਤੇ ਉਹ ਸਾਰੇ ਬੰਦੇ ਇਹੀ ਸਾਰੇ ਬੰਦੇ ਸੀ, ਬੰਦੇ ਵੀ ਕੋਈ ਆਏ ਨਹੀਂ ਕਿ ਨਵੇਂ ਕਿਤੋਂ ਹੋਰ ਲਿਆਉਣੇ ਨੇ ਤੁਸੀਂ, ਜਾਂ ਤਾਂ ਇਹ ਹੋਇਆ ਨਾ ਉਹੀ ਬੰਦੇ ਨੇ। ਔਰ ਇੱਕ ਤਾਂ ਇਹ ਹੁੰਦਾ ਵੀ ਉਹਦੇ ਚ ਸੀਰੀਅਸਨੈਸ ਕੀ ਹੈ। ਔਰ ਫਿਰ ਵਿਧਾਨ ਸਭਾ ਦੀ ਕਮੇਟੀ ਬਣੀ ਸੀ ਪੰਜਾਬ ਦੀ, ਜੇ ਸਾਰੀਆਂ ਪਾਰਟੀਆਂ ਦੇ ਸੀ, ਉਹ ਡਰੈਗਨ ਫਰੂਟ ਖਿਲਾਉਣ ਤੋਂ ਲੈ ਕੇ ਵੱਖ-ਵੱਖ ਕਿਸਮ ਦੀਆਂ, ਕਹਿੰਦੇ ਮੱਖੀ ਪਾੜ ਲੋ ਤਾਂ ਉਹ ਸੁੰਘਣ ਆਇਆ ਕਰਨਗੇ ਲੋਕ, ਪਤਾ ਨਹੀਂ 500 ਰੁਪਇਆ ਡੇਲੀ ਬਣ ਜਾਊਗਾ। ਇਹ ਬੜਾ ਇੱਕ ਅਲੱਗ ਟਾਈਪ ਦਾ ਮਾਮਲਾ ਹੈ। ਸਵਾਲ ਸੀਰੀਅਸਨੈਸ ਦਾ ਕਿ ਐਡੀ ਵੱਡੀ ਆਬਾਦੀ, ਦੋ ਤਿੰਨ ਦੇ ਪਹਿਲੂ ਨੇ। ਇੱਕ ਤਾਂ ਫੂਡ ਸਿਕਿਉਰਿਟੀ ਦਾ ਇਸ਼ੂ ਬਹੁਤ ਬੜਾ ਇਸ਼ੂ ਹੈ, ਕੰਟਰੀ ਦਾ ਵੀ ਹੈ ਤੇ ਪੂਰੇ ਦੁਨੀਆ ਦਾ ਵੀ ਹੈ। ਤੇ ਦੂਜਾ ਜਿਹੜੇ ਉਹਦੇ ਤੇ ਡਿਪੈਂਡੈਂਟ ਲੋਕ ਨੇ, ਕਿਸਾਨ ਮਜ਼ਦੂਰ, ਉਹਦੀ ਇਨਕਮ ਦਾ ਵੀ ਬਹੁਤ ਬੜਾ ਇਸ਼ੂ ਹੈ, ਉਹਦੀ ਆਮਦਨ ਦਾ ਕੁਐਸਚਨ ਜਿਹੜਾ ਕਿਵੇਂ ਸੋਲੂਸ਼ਨ ਹੋਣਾ ਚਾਹੀਦਾ ਹੈ ਜਾਂ ਕਿਵੇਂ ਹੱਲ ਹੋਵੇ। ਤੇ ਤੀਜਾ ਅੱਜ ਕੱਲ੍ਹ ਤਾਂ ਕਲਾਈਮੇਟ ਦਾ ਇਹੋ ਜਿਹਾ ਆ ਗਿਆ ਕਿ ਮਿੱਟੀ ਪਾਣੀ ਹਵਾ ਬਚੇ ਕਿਵੇਂ, ਇਹ ਸਾਰਾ ਬਹੁਤ ਬੜਾ ਕੁਐਸਚਨ ਹੈ। ਜਿਵੇਂ ਸਰਬੰਸ ਜੋ ਨੇ GM ਕ੍ਰੌਪ ਤੇ ਪਹਿਲਾਂ ਵੀ ਸੈਮੀਨਾਰ ਕਰਕੇ ਆਏ ਨੇ ਕਿ ਉਹ ਕ੍ਰੌਪਸ ਆਉਣ ਨਾ ਆਉਣ, ਉਹ ਬਹੁਤ ਬੜੇ ਇਹ ਨੀਤੀਗਤ ਸਵਾਲ ਨੇ ਜੀ। ਉਹਦੇ ਤੇ ਤਾਂ ਅਸੀਂ ਗੱਲ ਹੀ ਨਹੀਂ ਕਰਦੇ, ਅਸੀਂ ਤਾਂ ਸਵਾਲ ਹੋਰ ਇੱਧਰ ਉੱਧਰ ਕਰਦੇ ਹਾਂ। ਔਰ ਮੈਨੂੰ ਲੱਗਦਾ ਸਰਮਾ ਜੀ ਨੂੰ ਇਹ ਜਿਹੜੇ ਰਾਹੁਲ ਗਾਂਧੀ ਨਾਲ ਪੈਦਲ ਚੱਲ ਕੇ ਆਏ ਨੇ, ਉਹਨਾਂ ਨੇ ਕੀ ਪੁੱਛਿਆ ਕੀ ਦੱਸਿਆ, ਇਹ ਜ਼ਰੂਰ ਇਹਨਾਂ ਨੂੰ ਐਕਸਪਲੇਨ ਕਰਨਾ ਚਾਹੀਦਾ। ਦੱਸੋ ਕਿ ਉਹਨਾਂ ਨਾਲ ਗੱਲ ਕੀ ਹੋਈ? 40-45 ਮਿੰਟ ਕਰੀਬ ਤੁਸੀਂ ਤੁਰੇ ਉਹਨਾਂ ਨਾਲ, ਇਹ ਤੋਂ ਵੀ ਵੱਧ ਸਮਾਂ। ਸੋ ਉਸ ਦੌਰਾਨ ਉਹਨਾਂ ਦੇ ਕੀ ਸ਼ੰਕੇ ਸ਼ੋਭੇ ਦੂਰ ਕੀਤੇ ਤੁਸੀਂ?
ਦੇਖੋ ਜੀ, ਰਾਹੁਲ ਗਾਂਧੀ ਜੀ ਦਾ ਇੱਕ ਬੜਾ ਅੱਛਾ ਫੋਕਸ ਜਿਹੜਾ ਕਲੀਅਰ ਸੀਗਾ ਕਿ ਉਹ ਕਹਿ ਰਹੇ ਸੀਗੇ ਕਿ ਬਈ ਦੇਸ਼ ਦੀ ਇਕਨੋਮਿਕ ਹਾਲਾਤ ਵਿੱਚੋਂ ਆਪਾਂ ਕਿਸ ਤਰ੍ਹਾਂ ਐਗਰੀਕਲਚਰ ਨੂੰ ਇਸ ਤਰ੍ਹਾਂ ਰੀਬਿਲਡ ਕਰੀਏ ਕਿ ਬਈ ਜਦੋਂ ਇਕਨੋਮਿਕ ਗਰੋਥ ਕਹਿੰਦੇ ਆ ਉਹ ਵੀ ਬਰਕਰਾਰ ਰਹੇ, ਔਰ ਐਗਰੀਕਲਚਰ ਦਾ ਜਿਹੜਾ ਇਕਨੋਮਿਕ ਜਿਹੜੇ ਹਮੀਰ ਜੀ ਕਹਿ ਰਹੇ ਸੀਗੇ ਜਿਹੜੀ ਡਿਸਪੈਰਿਟੀ ਹੈਗੀ ਜਾਂ ਇਕਨੋਮਿਕ ਡਿਸਟ੍ਰੈਸ ਜਿਹੜੀ ਹੈਗੀ ਆ ਉਹਦੇ ਵਿੱਚੋਂ ਖੇਤੀ ਚੋਂ ਕਿਸ ਤਰ੍ਹਾਂ ਖੇਤੀ ਨੂੰ ਆਪਾਂ ਕਿਤੇ ਨਿਕਾਲ ਸਕਦੇ ਹੈਗੇ ਕਿਸਾਨਾਂ ਨੂੰ, ਅਸੀਂ ਉਹਦੇ 'ਚ ਅੱਛਾ ਫੋਕਸ ਸਾਡਾ ਦੋਨਾਂ ਦਾ ਰਿਹਾ। ਐਂਡ ਹੀ ਹੈਡ ਨੰਬਰ ਆਫ ਕੁਐਸਚਨਸ ਟੂ ਆਸਕ। ਨੰਬਰ ਆਫ ਕੁਐਸਚਨ ਇਸ ਕਰਕੇ ਸੀਗਾ ਕਿ ਮੈਨੂੰ ਲੱਗਿਆ ਕਿ ਪਹਿਲੀ ਵਾਰੀ ਇੱਕ ਐਸੇ ਨੇਤਾ ਨਾਲ ਅਸੀਂ ਵਾਕ ਕਰ ਰਹੇ ਸੀਗੇ ਜੀ ਜੋ ਪਹਿਲੇ ਹੀ ਵਾਸ ਅਵੇਅਰ ਕਿ ਮੈਂ ਕੀ ਚੀਜ਼ਾਂ ਚਾਹਨਾ ਹੈਗਾ। ਇਹ ਨਹੀਂ ਕਿ ਤੁਹਾਨੂੰ 2 ਮਿੰਟ ਸੁਣਿਆ ਫਿਰ ਕਿਤੇ ਹੋਰ ਫੋਕਸ ਚਲਾ ਗਿਆ, ਐਸਾ ਨਹੀਂ ਸੀਗਾ। ਉਹਨਾਂ ਨੇ ਦੇਖੋ ਜੀ 2-3 ਸਵਾਲ ਮੈਨੂੰ ਬੜੇ ਸੀਗੇ। ਇੱਕ ਤਾਂ ਉਹਨਾਂ ਨੇ ਕਿਹਾ ਕਿ ਅਗਰ ਅਸੀਂ MSP ਸਾਰੇ ਦੇਸ਼ ਵਿੱਚ ਲੀਗਲ ਕਰ ਦਈਏ, ਅੱਛਾ ਕਾਨੂੰਨੀ, ਕਿਉਂਕਿ ਮੇਰਾ ਸੁਝਾਅ ਉਹਨਾਂ ਨੇ ਸੀਗਾ ਕਿ ਅਸੀਂ ਇੱਕ ਲੀਗਲ ਬਣਾ ਦਈਏ, ਅਮਲੀ ਜਾਮਾ ਪਹਿਨਾ ਦਈਏ ਉਹਨਾਂ ਨੂੰ ਕਿ ਇੱਕ ਬੈਂਚਮਾਰਕ ਬਣ ਗਿਆ, ਉਹ ਤੋਂ ਥੱਲੇ ਦੇਸ਼ ਵਿੱਚ ਖਰੀਦ ਨਹੀਂ ਹੋਏਗੀ। ਉਹਨਾਂ ਨੇ ਕਿਹਾ ਕਿ ਜੋ ਤੁਸੀਂ ਕਹਿ ਰਹੇ ਹੋ ਥੋੜਾ ਫਰਕ ਹੈ, ਕੁਝ ਕਿਸਾਨ ਇਹ ਕਹਿੰਦੇ ਹੈਗੇ ਕਿ ਬਈ ਸਾਰੀ ਸਰਕਾਰ ਖਰੀਦੇ। ਮੈਂ ਕਿਹਾ ਉਹ ਤਾਂ ਵਰਕੇਬਲ ਹੈ ਹੀ ਨਹੀਂ ਹੈ। ਦੂਜਾ ਹੈਗਾ ਕਿ ਤੁਸੀਂ ਇਹ ਕਰਦੇ ਹੋ ਕਿ ਇੱਕ ਲੀਗਲ ਰਾਈਟ ਉਹ ਬਣ ਜਾਏ, ਬੈਂਚਮਾਰਕ ਜਿਹਾ ਬਣ ਜਾਏ, ਉਹਦੇ ਥੱਲੇ ਕੋਈ ਖਰੀਦ ਨਹੀਂ ਹੋਏਗੀ। ਤਾਂ ਉਹਨਾਂ ਨੇ ਕਹਿਣਾ ਸੀਗਾ ਕਿ ਵੀ ਖਰਚਾ ਕਿੰਨਾ ਆਏਗਾ। ਸੋ ਮੈਂ ਉਹਨਾਂ ਨੂੰ ਦੱਸਿਆ ਕਿ ਬਈ ਜਿਹੜੇ ਹੈਗੇ ਅਸੀਂ ਬਹੁਤ ਕੁਝ ਦੇਖਿਆ ਸਟੱਡੀਜ਼ ਦੇ ਉੱਪਰ ਜਿਹੜੀਆਂ ਹੋਈਆਂ ਹੈਗੀਆਂ, 2 ਸਟੱਡੀਜ਼ ਨੂੰ ਅਸੀਂ ਮੈਂ ਮੰਨ ਕੇ ਚੱਲਦਾ 1.5 ਲੱਖ ਕਰੋੜ ਆਏਗਾ ਸਾਲ ਦਾ, ਇੱਕ ਸਟੱਡੀ ਕਹਿੰਦੀ ਹੈ ਕਿ ਦੂਸਰੀ ਸਟੱਡੀ ਕਹਿੰਦੀ ਹੈ 2.5 ਲੱਖ ਕਰੋੜ ਆਏਗਾ। ਤਾਂ ਇਹਦੇ ਵਿੱਚ ਖਰਚਾ ਤੁਹਾਡਾ ਹੋਏਗਾ, ਔਰ ਇਹ ਕੁਝ ਵੀ ਨਹੀਂ ਹੈ। ਜਦ ਅਸੀਂ ਦੇਖਦੇ ਹਾਂ ਕਿ 7ਵਾਂ ਵੇਤਨ ਆਯੋਗ ਜੋ ਆਇਆ ਸੀਗਾ, ਜਦ ਸਾਰੇ ਦੇਸ਼ ਵਿੱਚ ਇੰਪਲੀਮੈਂਟ ਹੋ ਜਾਏਗਾ ਤਾਂ ਕ੍ਰੈਡਿਟ ਸੁਇਸ ਨੇ ਕਿਹਾ ਸੀਗਾ ਕਿ 4,50,000 ਤੋਂ ਲੈ ਕੇ 4,80,000 ਕਰੋੜ ਦਾ ਖਰਚਾ ਐਡੀਸ਼ਨਲ ਹੋਏਗਾ ਹਰ ਸਾਲ। ਕਿਸੇ ਨੇ ਨਹੀਂ ਪੁੱਛਿਆ ਪੈਸਾ ਕਿੱਥੋਂ ਆਏਗਾ, ਲੇਕਿਨ ਕਿਸਾਨ ਨੂੰ ਤੁਸੀਂ ਕਹੋਗੇ 1.5 ਲੱਖ ਕਰੋੜ ਰੁਪਏ ਦੇਣਾ ਪਏਗਾ, ਸਾਰੇ ਪੁੱਛਣਗੇ ਹਾਏ ਜੀ ਇਹ ਪੈਸਾ ਕਿੱਥੋਂ ਆਏਗਾ। ਤਾਂ ਇਹ ਸਾਡੀ ਆਪਣੀ ਜਿਹੜਾ ਜੋ ਅਸੀਂ ਆਪਣੀ ਸੋਚ ਬਾਇਸਨੈਸ ਹੈ ਉਹ ਰਿਫਲੈਕਟ ਕਰਦੀ ਹੈ। ਇਹ ਜੇ ਸਵਾਲ ਸੀਗਾ। ਫਿਰ ਉਹਨਾਂ ਦਾ ਸਵਾਲ ਇਹ ਵੀ ਸੀਗਾ ਕਿ ਵੀ ਕਿਹੜੀ ਕ੍ਰੌਪ ਵਿੱਚ ਹੋਣਾ ਚਾਹੀਦਾ ਹੈਗਾ। ਦੈਨ ਹਿਸ ਪੁਆਇੰਟ ਵਾਸ ਕਿ ਵੀ ਬੜਾ ਜਿਹੜਾ ਪਰਿਪੇਕਸ਼ ਹੈ ਉਹ ਕਹਿੰਦੇ ਸੀਗੇ ਕਿ ਅੱਜ ਕੱਲ ਤੁਸੀਂ ਇਹ ਨਾ ਕਹੋ ਕਿ ਕਾਰਪੋਰੇਟ ਐਗਰੀਕਲਚਰ ਸਿਰਫ ਹਮੀਰ ਜੀ ਉਹ ਕਹਿ ਰਹੇ ਸੀਗੇ ਕਿ ਸਿਰਫ ਇਹ ਨਹੀਂ ਹੈ ਕਿ ਤੁਹਾਡੇ ਪਰ ਕੰਟਰੋਲ ਕਰ ਰਿਹਾ, ਉਹ ਕਹਿੰਦਾ ਸੀ ਬੇਸਿਕਲੀ ਹੋ ਕੀ ਰਿਹਾ ਕਿ ਈਵਨ ਐਸੈਟ ਜਿਹੜੇ ਹੈਗੇ ਆ ਕਿਸਾਨਾਂ ਦੇ ਕੋਲ ਉਹ ਉਹਨਾਂ ਉੱਪਰ ਕਬਜ਼ਾ ਕਰਨ ਦੀ ਗੱਲ ਹੋ ਰਹੀ ਹੈ, ਵਿਚ ਮੀਨਸ ਨਾਟ ਓਨਲੀ ਸੀਡ। ਹਿਸ ਪੁਆਇੰਟ ਵਾਸ ਕਿ ਲੈਂਡ ਵੀ ਜਿਹੜੀ ਹੈਗੀ ਉਹ ਕੰਪਨੀਆਂ ਲੈਣ ਨੂੰ ਤਿਆਰ ਬੈਠੀਆਂ ਹੈਗੀਆਂ। ਇਹ ਉਹਨਾਂ ਦਾ ਬੜਾ ਅੱਛਾ ਆਈ ਥਿੰਕ ਅਸੈਸਮੈਂਟ ਸੀਗਾ। ਐਂਡ ਵੀ ਡਵੈਲਡ ਔਨ ਇਟ ਕਿ ਵੀ ਕਿੰਨਾ ਹੋਣਾ ਚਾਹੀਦਾ। ਫਿਰ ਨਾ ਸੀਗਾ ਕਿ ਦੁਨੀਆ ਵਿੱਚ ਕੋਈ ਐਸਾ ਦੇਸ਼ ਹੈਗਾ ਜਿਹਦੇ ਵਿੱਚ ਪਰਫੈਕਟ ਐਗਰੀਕਲਚਰ ਪਾਲਿਸੀ ਹੋਏਗੀ। ਮੇਰਾ ਕਹਿਣਾ ਸੀਗਾ ਜੀ ਕਿ ਮਾਰਕੀਟ ਇਕਨੋਮੀ ਜਦ ਤੋਂ ਐਗਰੀਕਲਚਰ ਵਿੱਚ ਲੈ ਕੇ ਆਏ ਹੈਗੇ ਅਸੀਂ ਗਲੋਬਲੀ, ਤਦ ਤੋਂ ਐਗਰੀਕਲਚਰ ਦੀ ਤਬਾਹੀ ਹੋਈ ਹੈ ਸਾਰੇ ਦੁਨੀਆ ਵਿੱਚ। ਉਹਨਾਂ ਨੇ ਕਿਹਾ ਨਹੀਂ, ਚਾਈਨਾ ਵਿੱਚ ਨਹੀਂ ਹੋਇਆ। ਅੱਛਾ ਜੀ, ਆਈ ਸੈਡ ਨਹੀਂ ਸਰ, I think let's relook at China। ਮੈਂ ਕਿਹਾ ਜੀ ਚਾਈਨਾ ਤੁਸੀਂ ਕਹਿੰਦੇ ਹੋ ਨਹੀਂ ਹੋਇਆ, ਉਹਨਾਂ ਨੇ ਆਪਣੀ ਪੋਪੂਲੇਸ਼ਨ ਸ਼ਿਫਟ ਕੀਤੀ ਹੈਗੀ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਵਿੱਚ ਆਏ ਹੈਗੇ। ਉਹਦੇ ਨਾਲ ਕੀ ਹੋਇਆ ਕਿ ਉਹਨਾਂ ਦੇ ਕੋਲ ਫੂਡ ਸਿਕਿਉਰਿਟੀ ਦਾ ਸੰਕਟ ਖੜਾ ਹੋ ਗਿਆ। ਉਹਨਾਂ ਨੇ 2 ਕੰਮ ਕੀਤੇ ਹੈ ਜੀ ਉਹਨਾਂ ਨੇ। ਇੱਕ ਤਾਂ ਉਹਨਾਂ ਨੇ ਕੀ ਕੀਤਾ ਕਿ ਵੀ ਬਾਕੀ ਕੰਟਰੀਜ਼ ਵਿੱਚ ਜਾ ਕੇ ਜ਼ਮੀਨ ਖਰੀਦਦੇ, ਉੱਥੇ ਖੇਤੀ ਕਰਦੇ, ਉਹ ਵਾਪਿਸ ਆਪਣੀ ਕੰਟਰੀ ਵਿੱਚ ਇੰਪੋਰਟ ਕਰਦੇ ਹੈਗੇ ਤਾਂ ਕਿ ਇਹਨਾਂ ਦਾ ਫੂਡ ਬਫਰ ਬਣਿਆ ਰਹੇ। ਇਸ ਟਾਈਮ ਤੇ ਚਾਈਨਾ ਵਿੱਚ ਤਕਰੀਬਨ 650 ਮਿਲੀਅਨ ਟਨ ਦਾ ਬਫਰ ਖੜਾ ਹੈਗਾ। 650 ਮਿਲੀਅਨ ਟਨ, ਆਈ ਥਿੰਕ ਵੀ ਕਾਂਟ ਇਵਨ ਇਮੇਜਿਨ ਜੋ ਉਹਨਾਂ ਨੇ ਬਣਾ ਰੱਖਿਆ। ਫਿਰ ਮੇਰਾ ਕਹਿਣਾ ਸੀਗਾ ਜੀ ਕਿ 150 ਮਿਲੀਅਨ ਟਨ 150 ਮਿਲੀਅਨ टन हर साल वो इंपोर्ट कर दे। राहुल जी ने कहा कि देखो इंपोर्ट तो करते हैं वो, लेकिन मेरा मानना है कि वो एक्सपोर्ट भी करते हैं। मैंने कहा ये एक्सपोर्ट इज नॉट ए क्राइटेरिया आप सोचने का कि उनकी इकोनॉमी अच्छी है या उनका एग्रीकल्चर अच्छा है, क्योंकि हिंदुस्तान भी तो एक्सपोर्ट करता है। Then he said, oh, that's a good idea। हिंदुस्तान भी तो एक्सपोर्ट करता है, क्राइसिस भयंकर हैगा। सो तुसी ये सोचो कि उस कंट्री ने एक्सपोर्ट किया तो उनका एग्रीकल्चर अच्छा होएगा, ये गल नहीं है। वी नीड टू सी कि भी इकोनॉमिक हालात की हैगे फार्मिंग पॉपुलेशन दे, वो सारे ही उस तरह ध्वस्त हैगे सारी दुनिया च। ਸ਼ਰਮਾ ਜੀ, ਤੁਹਾਨੂੰ ਇਹ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਬੁਲਾਇਆ ਸੀ ਕਦੇ ਕਿ ਇਸ ਮਸਲਿਆਂ ਤੇ ਚਰਚਾ ਕਰਨੀ, ਜਾਂ ਨਰਿੰਦਰ ਮੋਦੀ ਉਹਨਾਂ ਨੇ ਵੀ ਬੁਲਾਇਆ? ਦੋਵਾਂ ਦੀ ਗੰਭੀਰਤਾ ਕਿੰਨੀ ਕਰ? ਸਰ ਨਹੀਂ, ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਰਾਹੁਲ ਜੀ ਨੇ ਬਹੁਤ ਸਾਲ ਪਹਿਲੇ ਬੁਲਾਇਆ ਸੀਗਾ, ਔਰ ਅਸੀਂ ਤਕਰੀਬਨ 2 ਘੰਟੇ ਤੋਂ ਜ਼ਿਆਦਾ ਅਸੀਂ ਬੈਠੇ ਸੀਗੇ। ਹੀ ਵਾਂਟਡ ਟੂ ਅੰਡਰਸਟੈਂਡ ਕਿ ਵਾਟ ਇਜ਼ ਗੋਇੰਗ ਰੋਂਗ ਇਨ ਐਗਰੀਕਲਚਰ। ਤਾਂ ਮੈਨੂੰ ਅੱਛਾ ਲੱਗਿਆ ਕਿ ਬਹੁਤ ਵਾਰ ਅਸੀਂ ਹਰ ਇੱਕ ਪੋਲੀਟੀਕਲ ਪਾਰਟੀ ਦੇ ਹੈਡ ਨੂੰ ਜਾਂ ਪ੍ਰਾਈਮ ਮਿਨਿਸਟਰਸ ਨੂੰ ਜਾਂ ਐਕਸ ਪ੍ਰਾਈਮ ਮਿਨਿਸਟਰਸ ਨਾਲ ਵੀ ਅਸੀਂ ਮਿਲ ਕੇ ਗੱਲ ਕਰਦੇ ਆਏ ਹਾਂ। ਲੇਕਿਨ ਮੈਨੂੰ ਲੱਗਾ ਕਿ ਟੂ ਬੀ ਫੇਅਰ ਇਨਫ ਆਈ ਥਿੰਕ ਦਿਸ ਜੋ ਉਹਨਾਂ ਦਾ ਜੋ ਰਿਸਪੌਂਸ ਹੈ ਜਾਂ ਉਹਨਾਂ ਦਾ ਜਿਹੜਾ ਰਿਐਕਸ਼ਨ ਹੈ ਜਾਂ ਉਹਨਾਂ ਦੀ ਜਿਹੜੀ ਅੰਡਰਸਟੈਂਡਿੰਗ ਹੈ, ਆਈ ਮਸਟ ਸੇ ਇਜ਼ a lot better and also in the national interest। when I say lot better doesn't mean मैं तो comparatively कह रहा हैगा, पर otherwise I think उन्होंने दी understanding मेरे हिसाब नाल बहुत अच्छी हैगी है। और अगर पता नहीं मौका मिलता कि नहीं मिलता, that's a different question, but the question is कि भी उन्होंने समझ जड़ी हैगी है कि क्राइसिस क्यों हैगा, क्या ਉਹਦੇ समाधान हो सकते हैं, क्या नहीं हो सकते। मैं ਤੁਹਾਨੂੰ याद दिलावांगा एक बार एक चीज मैं कहता आया बहुत दिनों तो कि एक
ਵੀ ਸ਼ੁਡ ਹੈਵ ਅ ਨੈਸ਼ਨਲ ਕਮਿਸ਼ਨ ਫॉर ਫਾਰਮਰਸ ਇਨਕਮ ਐਂਡ ਵੈਲਫੇਅਰ। ਉਹ ਉਸ ਗੱਲ ਨੂੰ ਉਹਨਾਂ ਨੇ, ਅਗਰ ਤੁਸੀਂ ਉਹਨਾਂ ਦਾ ਮੈਨੀਫੈਸਟੋ ਦੇਖੋ ਤਾਂ ਉਹਦੇ ਪਿਛਲਾ ਮੈਨੀਫੈਸਟੋ ਉਹਦੇ ਵਿੱਚ ਉਹਨਾਂ ਨੇ ਉਹ ਨਾਂ ਬਦਲਤਾ ਸੀਗਾ, ਬਟ ਬੇਸਿਕਲੀ ਉਹੀ ਗੱਲ ਸੀਗੀ ਕਿ ਵੀ ਕੋਆਪਟ ਕਰਕੇ CACP ਮਤਲਬ ਜਿਹੜਾ ਅੱਜਕੱਲ ਬੋਡੀ ਹੈਗੀ ਕਮਿਸ਼ਨ ਫॉर ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ, ਉਹਨੂੰ ਮਰਜ ਕੀਤਾ ਜਾਏ ਔਰ ਅਸੀਂ ਇੱਕ ਐਸੀ ਸੰਸਥਾ ਬਣਾਈਏ ਜਿਹਦੇ ਵਿੱਚ ਮਿਨੀਮਮ ਕਿੰਨਾ ਕਿਸਾਨ ਨੂੰ ਮਿਲਣਾ ਚਾਹੀਦਾ ਉਹ ਅਸੀਂ ਅਸ਼ੋਰ ਕਰੀਏ। ਪ੍ਰਧਾਨ ਮੰਤਰੀ ਦੇ ਧਿਆਨ ਚ ਲਿਆਂਦਾ ਸੀ। ਪ੍ਰਧਾਨ ਮੰਤਰੀ ਨਾਲ ਸਾਹਿਬ ਜਦ ਪਹਿਲੀ ਮੁਲਾਕਾਤ ਹੋਈ ਸੀਗੀ ਜਦੋਂ ਆਪਣੇ ਉਹ ਹੁੰਦੇ ਸੀਗੇ ਚੀਫ ਮਿਨਿਸਟਰ ਸੀਗੇ, ਤਾਂ ਐਟ ਦੈਟ ਟਾਈਮ ਵੀ ਹੈਡ ਡਿਸਕਸਡ ਅਬਾਊਟ ਦੀ ਪੋਸਿਬਿਲਿਟੀ ਆਫ ਕਿ ਗੁਜਰਾਤ ਦੇ ਪੈਟਰਨ ਵਿੱਚ ਦੋ ਗੱਲਾਂ ਹੀ ਵਾਸ ਵੈਰੀ ਕੀਨ ਔਨ। ਇੱਕ ਤਾਂ ਉਹਨਾਂ ਦਾ ਇਹ ਸੀਗਾ ਕਿ ਬਈ ਮੈਂ ਬਹੁਤ ਵਾਰੀ ਗੱਲ ਕਰਦਾ ਹਾਂ ਕਿ ਗੀਰ ਗਾਏ ਜਿਹੜੀ ਹੈਗੀ ਹੈ ਉਹ ਬ੍ਰਾਜ਼ੀਲ ਵਿੱਚ ਉਹਨਾਂ ਦਾ ਨੰਬਰ 1 ਤੇ ਹੈਗੀ ਹੈ ਔਰ ਸਾਡੇ ਦੇਸ਼ ਵਿੱਚ ਉਹਨਾਂ ਦਾ ਬਹੁਤ ਘੱਟ ਦੁੱਧ ਹੁੰਦਾ ਹੈਗਾ। ਐਂਡ ਸੋ ਹੀਜ਼ ਪੁਆਇੰਟ ਵਾਸ ਕਿ ਬਈ ਤੁਸੀਂ ਉੱਥੇ ਗਏ ਹੋਗੇ ਤਾਂ ਵਾਟ ਵਾਸ ਦੀ ਰੀਜ਼ਨ। ਤਾਂ ਮੈਂ ਉੱਥੇ ਦੱਸਿਆ ਉਹਨਾਂ ਨੂੰ ਕਿ ਬਈ ਬ੍ਰਾਜ਼ੀਲ ਵਿੱਚ ਗੀਰ ਗਾਏ ਜਿਹੜੀ ਹੈਗੀ ਆ ਅੱਜ ਤਾਂ ਉਹਦਾ ਰਿਕਾਰਡ ਜਿਹੜਾ ਹੈਗਾ ਤਕਰੀਬਨ 100 ਲੀਟਰ ਹੋ ਗਿਆ ਦਿਨ ਦਾ। ਔਰ ਇੱਕ ਟਾਈਮ ਸੀਗਾ ਜਿਸ ਟਾਈਮ ਅਸੀਂ ਗਏ ਸੀਗੇ ਵੈਨ ਆਈ ਡਿਡ ਦੈਟ, ਇੱਕ ਵਾਰੀ ਉੱਥੇ ਕੰਪੀਟੀਸ਼ਨ ਵੀ ਹੋਇਆ ਸੀਗਾ ਦੁੱਧ ਦਾ ਕੰਪੀਟੀਸ਼ਨ ਹੁੰਦਾ ਸਰ। 3 ਦਿਨ ਵਾਸਤੇ ਗਊਆਂ ਆਉਂਦੀਆਂ ਹੈਗੀਆਂ, ਉਹਨਾਂ ਦੇ ਐਵਰੇਜ ਕੱਟੀ ਜਾਂਦੀ ਹੈਗੀ, ਉਹਦੇ ਵਿੱਚ ਉਸ ਟਾਈਮ ਗੀਰ ਟੌਪ ਕੀਤਾ ਸੀਗਾ, ਟੌਪ ਤੇ ਰਹੇ ਸੀ ਉਸ ਟਾਈਮ। ਉਹਨਾਂ ਦਾ ਅਗਰ ਮੈਂ ਗਲਤ ਨਹੀਂ ਹਾਂ ਤਾਂ 47-48 ਲੀਟਰਸ ਪਰ ਡੇ ਉਹਦੀ ਈਲਡ ਸੀਗੀ ਔਰ ਜਰਸੀ ਜਿਹੜੀ ਸੀਗੀ ਉਹ ਤੀਸਰੇ ਨੰਬਰ ਤੇ ਸੀਗੀ। ਸੋ ਇਟ ਸ਼ੋਜ਼ ਕਿ ਵੀ ਸਾਡੀ ਜਿਹੜੀ ਡੋਮੈਸਟਿਕ ਬਰੀਡਸ ਨੂੰ ਅਸੀਂ ਇੱਥੇ ਕਦਰ ਨਹੀਂ ਕਰਦੇ ਹੈਗੇ, ਬਾਹਰ ਦੁੱਧ ਵਾਸਤੇ ਵੀ ਬੜੀ ਇੰਪੋਰਟੈਂਟ ਹੈਗੀਆਂ। ਇੱਕ ਤਾਂ ਉਹਦਾ ਇਹ ਫੋਕਸ ਸੀਗਾ। ਡੇਅਰੀ ਬਹੁਤ ਬੜਾ ਹਿੱਸਾ ਹੈ ਨਾ ਖੇਤੀ ਦਾ, ਜੇਕਰ ਆਪਾਂ ਸਰ ਬਹੁਤ ਬੜਾ ਹੈ, ਸਭ ਤੋਂ ਜ਼ਿਆਦਾ ਇਨਕਮ ਉੱਥੋਂ ਆਉਂਦੀ ਹੈ, ਸਭ ਤੋਂ ਜ਼ਿਆਦਾ ਇਨਕਮ ਉੱਥੋਂ ਆਉਂਦੀ ਹੈ। ਜੇਕਰ ਆਪਾਂ ਗੱਲ ਕਰਦੇ ਹਾਂ ਬਾਰ-ਬਾਰ ਸਾਡੇ ਡੇਅਰੀ ਦਾ ਪੰਜਾਬ ਦੇ ਵਿੱਚ ਵੀ, ਪੰਜਾਬ ਦੇ ਦੇ ਸੰਦਰਭ ਦੇ ਵਿੱਚ ਵੀ ਗੱਲ ਕਰੀਏ ਤਾਂ ਕਿਹਾ ਜਾਂਦਾ ਕਿ 1/3 ਇਨਕਮ ਜਿਹੜੀ ਹੈ ਉਹ ਡੇਅਰੀ ਤੋਂ ਆਉਂਦੀ ਹੈ, ਐਗਰੀਕਲਚਰ ਦੀ। ਬਿਲਕੁਲ ਠੀਕ ਹੈ, ਐਗਰੀਕਲਚਰ ਵਾਲਾ ਹੁੰਦਾ ਬਿਲਕੁਲ ਠੀਕ ਹੈ। ਪਰ ਇਹਦੇ ਚ ਸਾਡੇ ਜਿਹੜਾ ਇੱਕ ਮਾਮਲਾ ਹੁਣ ਆ ਰਿਹਾ, ਜਿਹੜਾ ਤੁਸੀਂ ਕੱਲ ਵੀ ਇਹ ਕਰਕੇ ਆਏ ਹੋ, ਮਤਲਬ GM ਕ੍ਰੌਪਸ ਦਾ, ਕਿ ਫੂਡ ਸਿਕਿਉਰਿਟੀ ਦਾ ਇੱਕ ਬਹੁਤ ਬੜਾ ਸੰਕਟ ਹੈ ਸਾਡੇ ਇੱਕ ਮੰਨਿਆ ਜਾ ਰਿਹਾ। ਔਰ ਨਾਰਮਲੀ ਇਹ ਵੀ ਕਿਹਾ ਜਾ ਰਿਹਾ, ਲੋਕ ਪੇਪਰ ਇਹੋ ਜਿਹੇ ਅਜੇ ਤੱਕ ਵੀ ਲਿਖਦੇ ਨੇ ਕਿ ਗ੍ਰੀਨ ਰੈਵੋਲੂਸ਼ਨ ਜਿਹੜੀ ਸੀ ਇਹਨੇ ਫੂਡ ਸਿਕਿਉਰਿਟੀ ਦਾ ਮਸਲਾ ਸਾਡਾ ਹੱਲ ਕੀਤਾ, ਇਸ ਲਈ ਹੁਣ ਸੈਕੰਡ ਗ੍ਰੀਨ ਰੈਵੋਲੂਸ਼ਨ ਚਾਹੀਦੀ ਹੈ। ਇਹ ਵੀ ਕਦੇ ਕਦੇ ਆ ਜਾਂਦਾ ਔਰ ਇਹਦੇ ਚ ਫਿਰ ਫਰਕ ਇਹ ਪੈ ਜਾਂਦਾ ਕਿ ਜਦੋਂ ਉਹ ਸਾਰੀਆਂ ਤੁਸੀਂ ਚੀਜ਼ਾਂ ਕਰਦੇ ਹੋ, ਪਰ ਨਾਲ ਦੀ ਨਾਲ ਉਹਨੂੰ ਕਾਊਂਟਰ ਲਗਾਤਾਰ ਇਹੀ ਕੀਤਾ ਜਾਂਦਾ ਕਿ ਗ੍ਰੀਨ ਰੈਵੋਲੂਸ਼ਨ ਨੇ ਜਿੱਥੇ ਫਾਰਮਰ ਨੂੰ ਕਰਜ਼ਾਈ ਕੀਤਾ ਹੈ ਤੇ ਜਿੱਥੇ ਸਾਡਾ ਨੈਚੁਰਲ ਰਿਸੋਰਸਸ ਜਿਹੜੇ ਨੇ ਉਹ ਬਰਬਾਦ ਕੀਤੇ ਨੇ, ਤੇ ਤੁਸੀਂ ਹੁਣ ਉਸੇ ਤੇ ਚੱਲ ਕੇ GM ਕ੍ਰੌਪ ਲਿਆ ਰਹੇ ਹੋ, ਹੈ ਨਾ, ਜਿਹਦੇ ਨਾਲ ਫਾਰਮਰ ਦੇ ਕੰਟਰੋਲ ਚੋਂ ਬਾਕੀ ਚੀਜ਼ਾਂ ਨਿਕਲ ਜਾਣਗੀਆਂ। ਪਰ ਇਹ ਸਾਰੀਆਂ ਤਾਂ ਆ ਹੀ ਰਹੀਆਂ ਨੇ। ਇਹਦੇ ਬਾਵਜੂਦ ਦੁਨੀਆ ਦੇ ਵਿੱਚ ਹੁਣ ਬਾਰ-ਬਾਰ ਇਹ ਰਿਪੋਰਟਾਂ ਵੀ ਆ ਰਹੀਆਂ ਨੇ, FAO ਉਹਦੀ ਰਿਪੋਰਟ ਆ ਰਹੀ ਹੈ ਕਿ ਆਉਣ ਵਾਲੇ ਦਿਨਾਂ 'ਚ 34 ਕਰੋੜ ਤੋਂ ਵੱਧ ਲੋਕ ਜੀ ਉਹਦੇ 'ਚ ਹੋਰ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ। ਪਰ ਉਹਨੂੰ ਕੋਈ ਯੂਕਰੇਨ ਤੇ ਰਸੀਆ ਵਾਰ ਨਾਲ ਜੋੜ ਰਿਹਾ, ਵੱਖ-ਵੱਖ ਟਾਈਪ ਦੀਆਂ ਚੀਜ਼ਾਂ। ਤੇ ਇੰਨਾ ਕੁਛ ਟੈਕਨੋਲੋਜੀਕਲ ਡਿਵੈਲਪਮੈਂਟ ਦੇ ਬਾਵਜੂਦ, ਇੰਨਾ ਕੁਛ ਤੁਹਾਡਾ ਪੈਟਰਨ ਆਫ ਐਗਰੀਕਲਚਰ ਆਪਣੇ ਕਾਰਪੋਰੇਟ ਤਰੀਕੇ ਨਾਲ ਹੋਣ ਦੇ ਬਾਵਜੂਦ ਭੁੱਖਮਰੀ ਦੀ ਹਾਲਤ ਕਿਉਂ ਹੈ? ਸਾਡੇ ਦੇਸ਼ ਦਾ ਨੰਬਰ 101 116 ਤੋਂ ਦੇ ਵਿੱਚ ਜਾ ਕੇ ਅਜੇ ਵੀ ਭੁੱਖਮਰੀ ਦੇ। ਹਮੀਰ ਜੀ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਬਿਲਕੁਲ ਠੀਕ ਹੈ ਕਿ ਬਈ ਇੰਨੇ ਸਭ ਕੁਝ ਹੋਣ ਦੇ ਬਾਅਦ ਅੱਜ ਇੱਕ ਸਵਾਲ ਜਿਹੜਾ ਕੱਲ ਵੀ ਮੈਂ ਪੁੱਛਿਆ ਸੀ ਅਸੈਂਬਲੀ ਵਿੱਚ, ਉਹ ਮੈਂ ਸਵਾਲ ਇਹ ਸੀਗਾ ਕਿ ਬਈ ਸਾਨੂੰ ਸਾਰੇ ਕਹਿੰਦੇ ਕਿ ਵੀ ਪ੍ਰੋਡਕਟਿਵਿਟੀ ਟੈਕਨੋਲੋਜੀ ਆਏਗੀ, ਨਵੀਂ ਪ੍ਰੋਡਕਟਿਵਿਟੀ बढ़ेगी, ਕੋਈ ਕਹਿੰਦਾ ਪ੍ਰੀਸੀਜ਼ਨ ਟੈਕਨੋਲੋਜੀ ਆਏਗੀ, ਕੋਈ ਜੈਨੇਟਿਕਲੀ ਮੋਡੀਫਾਈਡ ਕਰ ਰਿਹਾ, ਕੋਈ ਡਿਜੀਟਲਾਈਜੇਸ਼ਨ ਦੀ ਗੱਲ ਹੋ ਰਹੀ ਹੈ, ਆਪਾਂ ਸਭ ਜਾਣਦੇ ਹਾਂ ਨਾ ਜੀ। ਔਰ ਨਵਾਂ ਰੈਵੋਲੂਸ਼ਨ ਜਿਹੜਾ ਆ ਰਿਹਾ ਐਗਰੀਕਲਚਰ ਦਾ, ਜਿਹਨੂੰ ਇੰਡੀਆ 'ਚ ਅਸੀਂ ਕਹਿੰਦੇ ਹਾਂ ਸੈਕੰਡ ਗ੍ਰੀਨ ਰੈਵੋਲੂਸ਼ਨ ਕਈ ਕਹਿੰਦੇ ਆ, ਇੰਟਰਨੈਸ਼ਨਲੀ ਕਿਹਾ ਜਾਂਦਾ ਕਿ 4th ਐਗਰੀਕਲਚਰ ਰੈਵੋਲੂਸ਼ਨ ਆ ਰਿਹਾ। 4th ਐਗਰੀਕਲਚਰ ਰੈਵੋਲੂਸ਼ਨ ਜਿਹੜਾ ਆ ਰਿਹਾ ਜਿਹਦੇ ਵਿੱਚ ਗ੍ਰੀਨ ਰੈਵੋਲੂਸ਼ਨ ਉਹ 3rd ਗ੍ਰੀਨ ਰੈਵੋਲੂਸ਼ਨ ਮੰਨਦੇ ਹੈਗੇ ਜੀ। ਔਰ ਉਹਦੇ ਵਿੱਚ ਜਿਹੜਾ ਪੂਰਾ ਟੈਕਨੋਲੋਜੀ ਦਾ ਰੋਲ ਹੋਏਗਾ ਔਰ ਆਬਵੀਅਸਲੀ ਕਾਰਪੋਰੇਟ ਡਰਿਵਨ ਹੋਏਗਾ। ਜਿਹੜੀ ਜੇ ਤੁਸੀਂ ਗੱਲ ਕੀਤੀ ਨਾ GM ਨਾਲ बढ़ेगी, ਪਹਿਲੇ ਬਾਤ ਤਾਂ ਸਾਨੂੰ ਇਹ ਦੱਸਣਾ ਹੈਗਾ ਕਿ ਬਈ ਸਾਨੂੰ ਹਰ ਜਗ੍ਹਾ ਬੋਲਿਆ ਜਾਂਦਾ ਕਿ ਲੋਕੀ ਭੁੱਖ ਮਰ ਜਾਣਗੇ, ਇਹ ਹੋ ਜਾਏਗਾ, ਆਪਾਂ ਸੁਣਦੇ ਹਾਂ। ਲੇਕਿਨ ਸਰ ਇੰਟਰਨੈਸ਼ਨਲੀ ਅਗਰ ਦੇਖੀਏ ਆਪਾਂ, ਅੱਜ ਟੋਟਲ 8 ਬਿਲੀਅਨ ਦੀ ਪੋਪੂਲੇਸ਼ਨ ਹੈ ਨਾ ਪਲੈਨਟ ਦੀ। 8 ਬਿਲੀਅਨ ਜਿਹੜੇ ਹੈਗੇ ਪੋਪੂਲੇਸ਼ਨ ਵਾਸਤੇ ਅਸੀਂ ਜੋ ਫੂਡ ਪ੍ਰੋਡਿਊਸ ਕਰਦੇ ਹੈਗੇ ਆ, ਦੈਟ ਇਜ਼ ਗੁੱਡ ਫॉर 14 ਬਿਲੀਅਨ। 14 ਬਿਲੀਅਨ ਪੋਪੂਲੇਸ਼ਨ ਦਾ ਅਸੀਂ ਆਲਰੇਡੀ ਫੂਡ ਪ੍ਰੋਡਿਊਸ ਕਰ ਰਹੇ ਹਾਂ ਜੀ ਦੁਨੀਆ ਵਿੱਚ। ਔਰ ਫਿਰ ਕਿਹਾ ਜਾਂਦਾ ਕਿ ਪ੍ਰੋਡਕਟਿਵਿਟੀ ਹੋਰ ਵਧਾਓ। 14 ਬਿਲੀਅਨ ਤਾਂ ਸਰ ਸੈਂਚੁਰੀ ਦੇ ਐਂਡ ਵਿੱਚ, ਇਹ ਜਿਹੜੀ ਸ਼ਤਾਬਦੀ ਚੱਲ ਰਹੀ ਹੈ ਇਹਦੇ ਐਂਡ ਵਿੱਚ ਸਾਡੀ ਪੋਪੂਲੇਸ਼ਨ ਨਹੀਂ ਹੋਏਗੀ ਹਾਂਜੀ ਦੁਨੀਆ ਦੀ। ਔਰ ਉਹਨਾਂ ਫੂਡ ਤਾਂ ਅਸੀਂ ਆਲਰੇਡੀ ਪੈਦਾ ਕਰ ਰਹੇ ਹਾਂ, ਪ੍ਰੋਡਿਊਸ ਕਰ। ਫਿਰ ਭੁੱਖਮਰੀ ਸਰ ਕਿ ਇੱਕ ਏਰੀਆ ਜ਼ਿਆਦਾ ਖਾਂਦਾ, ਇੱਕ ਪੋਪੂਲੇਸ਼ਨ ਦਾ ਜਿਹੜਾ ਸ਼ੇਅਰ ਹੈ ਉਹ ਜ਼ਿਆਦਾ ਖਾਂਦਾ, ਇੱਕ ਨੂੰ ਮਿਲਦਾ ਨਹੀਂ ਹੈਗਾ ਹਾਂਜੀ। ਇਹ ਕਾਰਨ ਹੈਗਾ, ਇਕਨੋਮਿਕ ਡਿਸਪੈਰਿਟੀ ਬੜੀ ਡਿਸਪੈਰਿਟੀ ਹੈ। ਤਾਂ ਉਹਨੂੰ ਕਿਸ ਤਰ੍ਹਾਂ ਐਡਰੈਸ ਕੀਤਾ ਜਾਏ, ਮਤਲਬ ਲੋਕਾਂ ਨੂੰ ਕਿਸ ਤਰ੍ਹਾਂ ਰੀਚ ਕੀਤਾ ਜਾਏ ਫੂਡ, ਉਹ ਸਭ ਤੋਂ ਬੜਾ ਚੈਲੰਜ ਹੈਗਾ। ਦੂਸਰੀ ਗੱਲ ਇੱਕ ਹੋਰ ਹੈ, 1/3 ਆਫ ਦੀ ਫੂਡ ਜੋ ਦੁਨੀਆ 'ਚ ਪੈਦਾ ਹੁੰਦਾ ਉਹ ਵੇਸਟ ਜਾਂਦਾ ਹੈ।
ਠੀਕ ਹੈ। ਜੇ ਤੁਸੀਂ ਪੈਦਾਵਾਰ ਬਣਾਉਣ ਦੀ ਗੱਲ ਕਰਦੇ ਹੋ, ਯੂਨੀਵਰਸਿਟੀਆਂ ਜਾਂ ਡਿਪਾਰਟਮੈਂਟਸ ਕਿਉਂ ਨਹੀਂ ਇਹ ਗੱਲ ਕਰਦੇ ਕਿ ਵੀ ਫੂਡ ਵੇਸਟੇਜ ਨੂੰ ਕਿਸ ਤਰ੍ਹਾਂ ਰੋਕਿਆ ਜਾਏ। ਹੁਣ ਜਿਹੜਾ ਅਮਰੀਕਾ ਵਿੱਚ ਕੱਲਾ ਫੂਡ ਵੇਸਟ ਹੁੰਦਾ ਨਾ ਜੀ, ਉਹ ਸਾਰਾ ਜਿਹੜਾ ਸਬ ਸਹਾਰਨ ਅਫਰੀਕਾ ਹੈ ਉਹਦਾ ਸਾਰੇ ਨੂੰ ਕਵਰ ਕਰ ਲੈਂਦਾ। ਉਹ ਜੇ ਉਹ ਫੂਡ ਨਾ ਵੇਸਟ ਹੋਵੇ ਤਾਂ ਵੀ ਕੈਨ ਫੀਡ ਸਬ ਸਹਾਰਨ ਅਫਰੀਕਾ। ਹੁਣ ਤੁਸੀਂ ਦੇਖੋ ਜਿਹੜਾ ਇਟਲੀ ਵਿੱਚ ਫੂਡ ਵੇਸਟ ਹੁੰਦਾ ਸਰ, ਉਹ ਫੂਡ ਇੰਨਾ ਵੇਸਟ ਹੁੰਦਾ ਕਿ ਇਥੋਪੀਆ ਵਾਲੀ ਕੰਟਰੀ ਨੂੰ ਸਾਰੇ ਨੂੰ ਫੂਡ ਸਿਕਿਉਰ ਕਰ ਸਕਦਾ। ਸੋ ਆਈ ਥਿੰਕ ਕਿਤੇ ਨਾ ਕਿਤੇ ਸਾਨੂੰ ਇਹ ਸੋਚਣਾ ਪਏਗਾ ਕਿ ਇੰਸਟੈਡ ਆਫ ਇੰਟੈਂਸਿਵ ਐਗਰੀਕਲਚਰ ਹੋਰ ਕਰੀਏ ਕਿ ਪ੍ਰੋਡਕਟਿਵਿਟੀ ਵਧਾਓ, ਜਿਹੜੀ ਪ੍ਰੋਡਕਟਿਵਿਟੀ ਹੈ ਉਹਨੂੰ ਤਾਂ ਸੰਭਾਲੀਏ ਅਸੀਂ। ਆਈ ਥਿੰਕ ਦੈਟ ਐਫਰਟ ਕਿਤੇ ਵੀ ਨਹੀਂ ਹੋ ਰਿਹਾ ਹੈਗਾ। ਹੁਣ ਜਿਹੜੀ GM ਕ੍ਰੌਪਸ ਵੀ ਆ ਰਹੀਆਂ, ਉਹ ਵੀ ਉਹੀ ਆਰਗੂਮੈਂਟ ਬਿਲਡ ਕਰਦੀਆਂ ਕਿ ਬਈ ਲੋਕੀ ਭੁੱਖ ਤੋਂ ਮਰ ਜਾਣਗੇ, ਇਹ ਹੋਏਗਾ। ਲੇਕਿਨ ਸਰ ਸੱਚਾਈ ਇਹ ਹੈ ਕਿ GM ਕ੍ਰੌਪ ਨੇ ਦੁਨੀਆ ਵਿੱਚ ਕਿਤੇ ਪੈਦਾਵਾਰ ਨਹੀਂ ਵਧਾਈ, ਔਰ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਪੈਸਟੀਸਾਈਡ ਦਾ ਉਪਯੋਗ ਘੱਟ ਹੋਏਗਾ, ਉਹ ਵੀ ਨਹੀਂ ਹੋਇਆ। ਹਿੰਦੁਸਤਾਨ ਵਿੱਚ ਵੀ ਤੁਹਾਨੂੰ ਡਾਟਾ ਮੈਂ ਦੇ ਦਵਾਂ, ਜਦ BT ਕਾਟਨ ਆਇਆ ਸੀਗਾ, ਕਿਹਾ ਸੀਗਾ ਕਿ ਪੈਸਟੀਸਾਈਡ ਦਾ ਉਪਯੋਗ ਘੱਟ ਹੋ ਜਾਏਗਾ। ਸਰ ਇੱਕ ਪੈਸਟੀਸਾਈਡ ਐਟਲਸ ਆਂਦੀ ਹੈ, ਉਹਦਾ ਨਾਂ ਇਸ ਵਾਰੀ ਜਿਹੜੀ ਐਟਲਸ ਹੈਗੀ ਹੈ, ਇਟ ਇਜ਼ ਪੈਸਟੀਸਾਈਡ ਐਟਲਸ 2022। ਉਹ ਕਹਿੰਦਾ ਹੈਗਾ ਕਿ ਬਈ ਹਿੰਦੁਸਤਾਨ ਵਿੱਚ ਜਦ ਤੋਂ BT ਕਾਟਨ ਆਇਆ 2002 ਤੋਂ ਅੱਜ ਤੱਕ ਉਹਨਾਂ ਦੀ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਹੈ, ਕਿਸਾਨਾਂ ਦੀ ਕਾਸਟ ਆਫ ਪੈਸਟੀਸਾਈਡ ਜਿਹੜੀ ਹੈਗੀ ਆ ਕਿਸਾਨਾਂ ਦੀ, ਉਹ 37% ਵੱਧ ਗਈ ਹੈ ਪਰ ਹੈਕਟੇਅਰ, बढ़ गई है। तो इट क्लियरली शोज कि वो जो वायदे किते गए सीगे वो किते डिलीवर नहीं हुए। लेकिन सर एक होर चीज हमीर जी बड़ी चिंताजनक है कि आप नहीं देख रहे सर, दुनिया का पहला प्लांट टू प्रोड्यूस फूड विदाउट फार्मर्स एंड विदाउट लैंड वो तैयार हो गया, फिनलैंड विच वो तैयार हो गया है और इस साल उन्होंने अपनी पैदावार शुरू करनी है। रेगुलेटरी बॉडीज ने ऑलरेडी अप्रूव करता है, मतलब कहता कि हवा चो हाँ जी नाइट्रोजन और कार्बन और ऑक्सीजन लैके वो बैक्टीरिया दे नाल वो फूड बनाएंगे। और वो की कहते हैं सर, वो कह रहे हैं कि भाई वी आर इन द प्रोसेस ऑफ ਅਸੀਂ एक्चुअली मैन्युफैक्चर कर रहे हैं लैंड ਨੂੰ। ਲੁੱਕ ਐਟ ਦੈਟ ਆਰਗੂਮੈਂਟ। ਦੇਖੋ ਉਹ ਕਹਿੰਦਾ ਜ਼ਮੀਨ ਤਾਂ ਖੇਤੀ 'ਚ ਜਾ ਰਹੀ ਹੈ, ਉਹਨੂੰ ਬਚਾਉਣ ਵਾਸਤੇ, ਪਰਿਆਵਰਣ ਨੂੰ ਬਚਾਉਣ ਵਾਸਤੇ, ਬਾਇਓਡਾਇਵਰਸਿਟੀ ਨੂੰ ਬਚਾਉਣ ਵਾਸਤੇ ਸਭ ਤੋਂ ਬੈਸਟ ਤਰੀਕਾ ਹੈ ਕਿ ਤੁਸੀਂ ਜ਼ਮੀਨ ਹੀ ਛੱਡ ਦਿਓ, ਉਹਨੂੰ ਉਪਯੋਗ ਨਾ ਕਰੋ। ਤੇ ਇਸ ਕਰਕੇ ਅਸੀਂ ਉਹ ਸੋਲੂਸ਼ਨ ਦੇਵਾਂਗੇ ਜਿਹੜੇ ਦੁਨੀਆ ਨੂੰ ਬਹੁਤ ਜ਼ਰੂਰੀ ਹੈ। ਔਰ ਸਰ ਇੱਕ ਕੰਪਨੀ ਨਹੀਂ ਹੈ, ਦੋ ਕੰਪਨੀ ਨੇ, 170 ਕੰਪਨੀਆਂ ਆਲਰੇਡੀ ਐਸਟੈਬਲਿਸ਼ਡ ਹੈਗੀਆਂ। ਮੇਰਾ ਮੰਨਣਾ ਹੈ ਕਿ ਉਹ ਡਿਜੀਟਲਾਈਜੇਸ਼ਨ, ਸੋਫਿਸਟੀਕੇਟਡ ਟੈਕਨੋਲੋਜੀ, ਪ੍ਰੈਸੀਜਨ ਟੈਕਨੋਲੋਜੀ ਸਾਰੇ ਮਿਲਾ ਕੇ ਉਹ ਜਿਹੜਾ ਸਰੂਪ ਨਵਾਂ ਆ ਰਿਹਾ ਹੈਗਾ ਨਾ, ਆਈ ਥਿੰਕ ਹੁਣ ਸਾਨੂੰ ਸਭ ਨੂੰ ਧਿਆਨ ਦੇਣਾ ਚਾਹੀਦਾ ਕਿ ਅਸੀਂ ਕਿਸ ਤਰਫ ਚੱਲ ਰਹੇ ਹਾਂ। ਡੂ ਵੀ ਰੀਅਲੀ ਵਾਂਟ ਟੂ ਹੈਵ, ਉਹ ਜਿਹੜਾ ਕਹਿੰਦੇ ਨਾ ਇੱਕ ਹੌਟ ਡੌਗ ਕਿ ਗੂਗਲ ਬਣਾਏਗਾ ਹੌਟ ਡੌਗ, ਹਾਂਜੀ, ਜਿਹਦੇ ਵਿੱਚ ਕੋਈ ਮਤਲਬ ਜਿਹਨੂੰ ਕਹਿੰਦੇ ਨਾ ਫੇਕ ਮੀਟ ਹੋਏਗਾ, ਉਹ ਸਾਰਾ ਕੁਝ ਹੋਏਗਾ। ਸਾਨੂੰ ਉਹ ਫੂਡ ਮਨਜ਼ੂਰ ਹੈ ਕਿ ਆਪਾਂ ਸੋਚੀਏ ਕਿ ਬਈ ਸਾਡਾ ਜਿਹੜਾ ਰੋਮਾਂਸ ਜਿਹੜਾ ਚੱਲ ਰਿਹਾ ਸੀਗਾ ਫੂਡ ਨਾਲ, ਕਿ ਉਹੀ ਚੱਲਦਾ ਰਹੇ। ਆਈ ਥਿੰਕ ਦੀ ਵਰਲਡ ਹੈਜ਼ ਟੂ ਨਾਓ ਰੀਥਿੰਕ ਕਿ ਅਗਲਾ ਰੈਵੋਲੂਸ਼ਨ ਜਿਹੜਾ ਹੈਗਾ ਉਹ ਜਿਸ ਖੇਤੀ ਚ ਜਾਂ ਮਾਡਲ ਚੋਂ ਅਸੀਂ ਨਿਕਲ ਕੇ ਆ ਰਹੇ ਹੈਗੇ ਆ, ਉਹਨੂੰ ਬਿਲਕੁਲ ਪਿੱਛੇ ਛੱਡ ਦੇਗਾ, ਜਾਂ ਫਿਰ ਉਹ ਨਵਾਂ ਜਿਹੜਾ ਹੈਗਾ, ਅਸੀਂ ਕੁਝ ਲੋਕ ਕਹਿੰਦੇ ਹੋਣਗੇ ਕਿ ਫਿਊਚਰ ਵਾਸਤੇ ਉਹੀ ਹੈਗਾ ਸਿਸਟਮ ਬਿਲਕੁਲ ਠੀਕ ਬੈਠੇਗਾ। ਬਟ ਆਈ ਥਿੰਕ ਵੀ ਨੀਡ ਟੂ ਸਟਾਰਟ ਡਿਬੇਟ ਔਨ ਦੈਟ ਮਾਡਲ। ਜੀ ਫਿਰ ਵੱਡਾ ਸਵਾਲ ਹੈ ਕਿ ਜਦੋਂ ਆਪਾਂ ਨੂੰ ਪਤਾ ਹੈ ਕਿ ਜਿਹੜਾ ਆਪਾਂ ਪੈਦਾਵਾਰ ਕਰਦੇ ਆ ਉਹਦੇ ਨਾਲ ਹੀ ਢਿੱਡ ਭਰਨਾ, ਤੇ ਸਵਾਲ ਇਹ ਹੈ ਕਿ ਜੇ ਪੰਜਾਬ ਦੇ ਸੰਦਰਭ ਚ ਮੈਂ ਦੇਖਦਾ, ਦੇਸ਼ ਦੇ ਸੰਦਰਭ ਚ ਦੇਖਦਾ, ਤਾਂ ਉਹੀ ਜਿਹੜਾ ਅੰਨਦਾਤਾ ਉਹੀ ਖੁਦਕੁਸ਼ੀਆਂ ਦੇ ਰਾਹ ਹੈ। ਫਿਰ ਇਹਦਾ ਹੱਲ ਕੀ ਹੈ? ਜਿਵੇਂ ਦਵਿੰਦਰ ਸ਼ਰਮਾ ਜੀ ਨੇ ਵੀ ਗੱਲ ਕੀਤੀ ਕਿ ਸਾਨੂੰ ਪੱਕੀ ਆਮਦਨ ਦਾ ਕੋਈ ਤੈਅ ਕਰਨੀ ਪਏਗੀ ਨਾ ਕਿਸਾਨਾਂ ਦੀ। ਤੁਸੀਂ ਵੀ ਅਕਸਰ ਇਹ ਗੱਲ ਕਰਦੇ ਹੋ ਕਿ ਉਹਦਾ ਹੱਲ MSP ਹੈ ਜਾਂ ਉਹਦਾ ਹੱਲ ਕੋਈ ਘੱਟੋ ਘੱਟ ਮਤਲਬ ਆਮਦਨ ਹੈ ਕੋਈ ਕਿਸਾਨ ਦੀ ਤੈਅ ਕਰਨੀ ਪਏਗੀ? ਨਹੀਂ, ਉਹਦੇ ਦੋਨੋਂ ਤਰੀਕੇ ਨੇ ਮਿਲਾ ਕੇ ਕਰਨੇ ਪੈਣਗੇ। MSP ਤਾਂ ਕਰਨੀ ਉਹ ਚਾਹੀਦੀ ਹੈ ਕਿ ਲੀਗਲ ਗਾਰੰਟੀ ਤਾਂ ਕਰੋ ਹੀ ਨਾ, ਔਰ ਉਹਦੇ ਨਾਲ ਜੁੜਿਆ ਹੋਇਆ ਜੇ ਉਹ ਲੀਗਲ ਗਾਰੰਟੀ ਕਰ ਦਿੰਦੇ ਹੋ ਤਾਂ ਪੰਜਾਬ ਦੇ ਨੈਚੁਰਲ ਰਿਸੋਰਸਸ ਵੀ ਬਚ ਜਾਣਗੇ। ਜਿੱਥੇ ਮੋਨੋਕਲਚਰ ਆਪਾਂ ਕਹਿੰਦੇ ਆ ਨਾ ਕਿ ਪੈਡੀ ਮੀਟ ਦਾ ਰੋਟੇਸ਼ਨ ਹੈ, ਤਾਂ ਹੀ ਕੋਈ ਦੂਸਰੇ ਪਾਸੇ ਜਾਊਗਾ ਜੇ ਦੂਸਰੇ ਕ੍ਰੌਪ ਦਾ ਉਹਨੂੰ ਉਨੇ ਪੈਸੇ ਮਿਲਦੇ ਨਜ਼ਰ ਆਉਣਗੇ। ਦੂਸਰਾ ਸਵਾਲ ਇਹ ਠੀਕ ਹੈ ਕਿ ਉਹ ਸਾਰਿਆਂ ਦਾ ਹੱਲ ਨਹੀਂ ਕਰੂਗੀ MSP। ਜਿਹੜਾ ਸਮਾਲ ਫਾਰਮਰ ਹੈ ਸਾਡੇ ਕੰਟਰੀ ਦੇ ਵਿੱਚ ਕੀ ਹੈ, ਸਾਡੇ ਕੰਟਰੀ ਦੇ ਵਿੱਚ ਵੀ ਇਹ 1 ਹੈਕਟੇਅਰ ਦੀ ਮਤਲਬ 1 ਏਕੜ ਹੈ ਜੀ, ਹਾਂ, ਇੱਕ ਮੈਜੋਰਟੀ ਮਤਲਬ 85-86% ਜਿਹੜਾ ਫਾਰਮਰ ਹੈ ਉਹ ਛੋਟਾ ਹੈ, ਬਹੁਤ ਮਾਰਜਨਲ 5 ਏਕੜ ਤੋਂ ਘੱਟ, ਹਾਂ 5 ਏਕੜ ਤੋਂ ਘੱਟ ਵਾਲਾ। ਤੇ ਉਹ ਜਿਹੜਾ ਸਾਰਾ ਫਾਰਮਰ ਹੈ ਤੇ ਉਹ ਤਾਂ ਜੇ ਮੰਡੀ ਚ ਉਹਦੇ ਕੋਲ ਵੇਚਣ ਨੂੰ ਉਹਨਾਂ ਨਹੀਂ ਹੈ, ਜੇ MSP ਜ਼ਿਆਦਾ ਵੀ ਹੋਗੀ ਮੰਨ ਲਓ, ਤਾਂ ਵੀ ਉਹਦਾ ਗੁਜ਼ਾਰਾ ਨਹੀਂ ਚੱਲਦਾ। ਸਾਡਾ ਮਕਸਦ ਕੀ ਹੈ? ਕਿਸੇ ਦੇਸ਼ ਦੇ ਵਿੱਚ ਕਿਸੇ ਸਰਕਾਰ ਦਾ ਮਕਸਦ ਕੀ ਹੁੰਦਾ ਹੈ ਕਿ ਉਹਦਾ ਜਿਹੜਾ ਸਿਟੀਜ਼ਨ ਹੈ, ਉਹਦਾ ਜਿਹੜਾ ਨਾਗਰਿਕ ਹੈ, ਉਹਦੀਆਂ ਸਾਰੀਆਂ ਬੇਸਿਕ ਲੋੜਾਂ ਪੂਰੀਆਂ ਹੋਣ, ਉਹ ਚੰਗੀ ਜ਼ਿੰਦਗੀ ਜਿਉ ਸਕੇ। ਔਰ ਉਹ ਚੰਗੀ ਜ਼ਿੰਦਗੀ ਜਿਉਣ ਲਈ ਤਾਂ ਇੱਕ ਮਿਨੀਮਮ ਆਮਦਨ ਦੀ ਗਰੰਟੀ ਦਾ ਕੁਐਸਚਨ ਹੈ, ਤੇ ਉਹ ਮਿਨੀਮਮ ਆਮਦਨ ਦੀ ਗਰੰਟੀ ਕਰਨ ਦੇ ਲਈ ਜਿਵੇਂ ਸਰਪੰਚ ਨੇ ਕਿਹਾ ਕੋਈ ਮਿਨੀਮਮ ਇਨਕਮ ਕਮਿਸ਼ਨ ਬਣਾ ਦਿਓ। ਤੁਸੀਂ ਮੁਲਾਜ਼ਮਾਂ ਲਈ ਬਣਾ ਦਿਓ ਪੇ ਕਮਿਸ਼ਨ, ਹੈ ਨਾ। ਪੇ ਕਮਿਸ਼ਨ ਬਾਰ-ਬਾਰ ਕਿਉਂ ਬਣਦਾ ਹੈ? ਉਹ ਤਾਂ ਬਣਦਾ ਵੀ ਜਿਸ ਲਿਹਾਜ਼ ਦੇ ਨਾਲ ਮਹਿੰਗਾਈ ਵਧੂਗੀ, ਜਿਸ ਲਿਹਾਜ਼ ਦੇ ਨਾਲ ਹੋਰ ਹਾਲਾਤ ਤਬਦੀਲ ਹੋਣਗੇ, ਤੁਹਾਡੇ ਲਈ ਅਸੀਂ ਇਹ ਪ੍ਰੋਟੈਕਟ ਕਰਾਂਗੇ ਸਾਰੀਆਂ ਚੀਜ਼ਾਂ। ਤੇ ਫਿਰ ਐਡੀ ਵੱਡੀ ਗਿਣਤੀ ਜਿਹਦੇ ਤੇ ਸਮਾਜ ਚੱਲਦਾ ਹੈ, ਉਹਦੀ ਪ੍ਰੋਟੈਕਸ਼ਨ ਲਈ, ਉਹਦੀ ਸੁਰੱਖਿਆ ਦੇ ਵਾਸਤੇ ਕੋਈ ਇਹੋ ਜਿਹਾ ਨੈਟਵਰਕ ਨਹੀਂ ਹੈ, ਕੋਈ ਕਾਨੂੰਨ ਨਹੀਂ ਹੈ, ਕੋਈ ਕਮਿਸ਼ਨ ਨਹੀਂ ਹੈ।
ਉਹ ਕਮਿਸ਼ਨ ਕਿਉਂ ਨਹੀਂ ਬਣ ਸਕਦਾ ਇਸ ਸਾਰੇ ਮਾਮਲੇ ਕਾਰਪੋਰੇਟ ਲਈ ਵੀ? ਕਾਰਪੋਰੇਟ ਜੇ ਲੋਨ ਲੈਂਦਾ ਉਹ ਨਹੀਂ ਵਾਪਸ ਕਰਦਾ, ਉਹ ਐਨਪੀਏ ਕਹਿ ਕੇ ਤੁਸੀਂ ਉਸ ਲੈਵਲ ਤੇ ਮਾਫ ਕਰ ਦਿੰਦੇ ਹੋ। ਜਿਹੜੇ ਆਰਗੇਨਾਈਜ਼ਡ ਸੈਕਟਰ ਹੈ ਉਹਨੂੰ ਤੁਸੀਂ ਇਸ ਕਰਕੇ ਦੇ ਰਹੇ ਹੋ ਕਿ ਉਹ ਪੇ ਕਮਿਸ਼ਨ ਬਣਿਆ ਹੋਇਆ। ਤਾਂ ਇਹ ਆਬਾਦੀ ਕੀ ਕਰੇ? ਇਹ ਤੁਹਾਡੇ ਸਮਾਜ ਦੇ ਨਾਲ ਨਹੀਂ ਸੰਬੰਧਿਤ। ਇਹ ਨਹੀਂ ਹੈ ਕਿ ਉਹਨੂੰ ਕੋਈ ਗਾਰੰਟੀ ਕੀਤੀ ਜਾਏ ਕਿ ਇਦੋਂ ਨੀਚੇ ਨਹੀਂ ਤੁਹਾਡਾ ਲੈਵਲ ਜਾਊਗਾ। ਸਾਡੀ ਗਾਰੰਟੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਅੱਜ 75 ਸਾਲਾਂ ਦਾ ਅਸੀਂ ਅੰਮ੍ਰਿਤ ਮਹਾਉਤਸਵ ਮਨਾ ਰਹੇ ਹਾਂ। 81 ਕਰੋੜ ਬੰਦਿਆਂ ਨੂੰ ਮਤਲਬ ਅਨਾਜ ਯੋਗਾ ਨਹੀਂ ਕਰ ਪਾਏ ਆਪਾਂ ਕਿ ਉਹ ਆਪਣਾ ਅਨਾਜ ਖਰੀਦ ਕੇ ਖਾ ਲੈਣ ਜਾਂ ਉੱਡੇ ਜੋਗੇ ਨੇ, ਤੇ ਉਹਨਾਂ ਨੂੰ ਫ੍ਰੀ ਦੇਣਾ ਕਹਿੰਦੇ ਨਹੀਂ ਪਊਗਾ। ਤੁਹਾਡਾ ਪ੍ਰੋਸੈਸ ਉਹ ਹੋਣਾ ਚਾਹੀਦਾ, ਉਹਨਾਂ ਨੂੰ ਇੰਪਲਾਇਮੈਂਟ ਮਿਲੇ। ਇੰਪਲਾਇਮੈਂਟ ਤਾਂ ਜਿਵੇਂ ਸਮਝ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਆਏਗੀ, ਆਪਣੇ ਤਰੀਕੇ ਨਾਲ ਮਸ਼ੀਨਾਂ ਕੰਮ ਕਰਨਗੀਆਂ, ਜਿਹੜੇ ਮਾੜੇ ਮੋਟੇ ਹੈਗੇ ਉਹ ਵੀ ਤੁਸੀਂ ਧੱਕ ਦੇਣੇ ਨੇ, ਮਤਲਬ ਉਸ ਰੁਜ਼ਗਾਰ ਦਾ ਸਾਧਨ ਨਹੀਂ ਹੈ। ਇਸ ਲਈ ਦੁਨੀਆ ਦੇ ਲਈ ਜਿਹੜਾ ਉਦੇਸ਼ ਹੈ ਸਾਡਾ, ਉਦੇਸ਼ ਕੀ ਹੈ ਕਿ ਅਸੀਂ ਜਾਣਾ ਕਿੱਧਰ ਹੈ, ਇਹ ਮਤਲਬ ਕੀ ਨਿਸ਼ਾਨਾ ਹੈ ਸਾਡਾ ਕਿ ਸਾਰੇ ਨਾਗਰਿਕ ਵਧੀਆ ਢੰਗ ਨਾਲ ਜ਼ਿੰਦਗੀ ਜਿਉਣ ਜਾਂ ਕੁਝ ਖਾਸ ਲੋਕ ਜਿਉਣ, ਜਾਂ ਮਸ਼ੀਨਾਂ ਅਸੀਂ ਆਪਦੇ ਆਪ ਨੂੰ ਬਹੁਤ ਵੱਡੇ ਅਕਲਮੰਦ ਕਹਾਈਏ ਵੀ ਦੇਖੋ ਸਾਡੇ ਕੋਲ ਕਿੰਨੀਆਂ ਆਟੋਮੈਟਿਕ ਮਸ਼ੀਨਾਂ ਨੇ, ਜਾਂ ਬਾਕੀ ਉਹ ਅਕਲ ਦਾ ਕਰਨਾ ਕੀ ਹੈ। ਜਿਵੇਂ ਕਹਿੰਦੇ ਨੇ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਹਨਾ, ਉਹਦਾ ਤਾਂ ਕੋਈ ਮਤਲਬ ਨਹੀਂ ਹੈ ਜੇਕਰ ਉਹ ਸਾਡਾ ਕੰਮ ਨਹੀਂ ਸਾਰਦਾ, ਜੇ ਬਾਕੀ ਦੀਆਂ ਚੀਜ਼ਾਂ ਨਹੀਂ। ਇਸੇ ਕਰਕੇ ਸਾਡੇ ਪਾਲਿਸੀ ਡਿਸੀਜਨ ਵੀ ਜਿਹੜੇ ਨੇ ਨਾ ਉਹ ਮੱਖੀ ਤੇ ਮੱਖੀ ਮਾਰ ਕੇ ਚੱਲਣ ਵਾਲੇ ਨਹੀਂ ਹੋਣੇ ਚਾਹੀਦੇ, ਪੁਰਾਣੇ। ਔਰ ਜਿਵੇਂ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਪ੍ਰੋਜੈਕਟ ਚਲਾਇਆ ਹੋਇਆ, ਉਹ ਇੱਕ ਸਲੋਗਨ ਪੰਜਾਬ 'ਚ ਚੱਲਦਾ ਨਾ, ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਪਤਾ ਨਹੀਂ ਖੁਦਕਸ਼ੀ ਜਾ ਹੋਊ। ਕੀ ਕੇਵਲ ਮਤਲਬ ਜਿਹੜੇ ਇੱਥੇ ਲਿਆ ਕੇ ਛੱਡ ਦਿੰਦੇ ਨੇ ਨਾ ਕਿ ਕਿਸਾਨ ਸ਼ਾਇਦ ਵਿਆਹ ਤੇ ਜ਼ਿਆਦਾ ਖਰਚ ਕਰਦਾ ਹੈ, ਕਿਸਾਨ ਸਾਹਿਬ ਇਸ ਕਰਕੇ ਕਰਜ਼ਾ ਹੁੰਦਾ, ਉਹਦਾ ਜੀ ਨਹੀਂ ਕਰਦਾ, ਉਹਦੀ ਬੁਨਿਆਦ ਨਹੀਂ ਦੇਖਦੇ ਕਿ ਉਹਦੀ ਆਊਟਪੁੱਟ 'ਚ ਉਹਨੂੰ ਮਿਲਦਾ ਕੀ ਹੈ। ਜੇ ਹੁਣ ਯੂਨੀਵਰਸਿਟੀਆਂ ਇਹ ਸਲੋਗਨ ਦੇਣਗੀਆਂ, ਮੈਂ ਨਹੀਂ ਕਹਿੰਦਾ ਉਹ ਦੇਣਾ ਨਹੀਂ ਚਾਹੀਦਾ, ਉਹ ਲੋਕਾਂ ਨੂੰ ਕਿ ਜਨਰਲ ਪ੍ਰਚਾਰ ਕੇ ਘੱਟ ਖਰਚਾ ਕਰੋ, ਇਹ ਠੀਕ ਹੈ, ਪਰ ਉਹ ਕੱਲੀ ਕਿਸਾਨੀ ਨਹੀਂ ਕਿ ਉਹ ਤਾਂ ਸਭ ਦੇ ਹੀ ਹੋਣਾ ਚਾਹੀਦਾ ਸਮਾਜ ਦੇ ਵਿੱਚ ਘੱਟ ਖਰਚ। ਕਿਸਾਨੀ ਮਸਲੇ ਦਾ ਹੱਲ ਨਹੀਂ ਨਾ ਵੀਰ ਭਾਜੀ, ਇਸ ਲਈ ਉਹਦਾ ਹੱਲ ਵੀ ਨਹੀਂ ਉਹ ਦਿੰਦੇ। ਪਾਕਿਸਤਾਨ ਮੰਗ ਕਰ ਦੋ, ਤੁਸੀਂ ਗੈਸਟ ਲਿਸਟ ਜਾਇਆ ਕਰੇ ਕਿ ਇੰਨੇ ਗੈਸਟ ਹੋਣਗੇ ਤੇ ਇੰਨਾ ਕੁ ਗੈਸਟ ਕੰਟਰੋਲ ਜਿਹੜਾ ਸਿਸਟਮ ਲਾਗੂ ਕਰ ਦੋ, ਸਾਰਿਆਂ ਲਈ ਕਰੋ ਨਾ, ਇਕੱਲੇ ਨਹੀਂ ਕਰ ਸਕਦੇ। ਇਸ ਕਰਕੇ ਮਾਮਲਾ ਮੇਰੇ ਖਿਆਲ ਬਹੁਤ ਵੱਡਾ ਵੱਧ ਗਿਆ। ਇੱਕ ਬਿਲਕੁਲ ਹੀ ਅਸਲੋਂ ਨਵੀਂ ਦੋ ਜਿਹੜੀ ਕੰਬਾਈਨਰੀ ਹੈ ਨਾ, ਇੱਕ ਤਰੀਕਾ ਇਹ ਹੈ ਜਿਹੜਾ ਹੁਣ ਕਾਰਪੋਰੇਟ ਮਾਡਲ ਜਿੱਧਰ ਨੂੰ ਐਗਰੀਕਲਚਰ ਧੱਕੇ ਲਿਜਾ ਰਹੇ ਆ, ਦੂਸਰੇ ਪਾਸੇ ਉਹ ਹੈ ਕਿ ਕਿਸਾਨੀ ਨੇ, ਮਜ਼ਦੂਰਾਂ ਨੇ, ਆਮ ਲੋਕਾਂ ਨੇ ਬਚਣਾ ਕਿਵੇਂ ਹੈ। ਇਹਦੇ 'ਚ ਡਿਬੇਟ ਦਾ ਕੁਐਸਚਨ ਹੈ। ਇਹਦੇ 'ਚ ਹੁਣ ਮੈਨੂੰ ਲੱਗਦਾ ਪੈਚ ਵਰਕ ਨਾਲ ਕੰਮ ਨਹੀਂ ਚੱਲੇਗਾ ਜਿਹੜਾ ਬਿਲਕੁਲ ਠੀਕ ਕਰ ਰਹੇ ਜੀ ਹਮੀਰ ਜੀ, ਕਿਉਂਕਿ ਇਹ ਜਿਹੜਾ ਤਬਕੇ ਦੀ ਗੱਲ ਕਰ ਰਹੇ ਹੋ, ਫਾਰਮਰਸ ਵੀ ਹੈਗੇ, ਲੇਬਰ ਵੀ ਹੈਗੇ, ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਬਚਾ ਕੇ ਰੱਖੀਏ, ਜਾਂ ਉਹਨਾਂ ਨੂੰ ਇੱਕ ਇੰਪਲੋਇਮੈਂਟ ਦਾ ਜਨਰੇਸ਼ਨ ਜਾਂ ਲਾਈਵਲੀਹੁੱਡ ਦਾ ਜਨਰੇਸ਼ਨ ਕਿਸ ਤਰ੍ਹਾਂ ਨਾਲ ਰੱਖੀਏ। ਤੇ ਇਹ ਕੋਈ ਮੁਸ਼ਕਿਲ ਕੰਮ ਤਾਂ ਨਹੀਂ ਹੈ ਨਾ। ਇਹ ਮੰਨਿਆ ਜਾਂਦਾ ਕਿ ਜੀ ਬਹੁਤ ਬੜੀ ਪੋਪੂਲੇਸ਼ਨ ਦਾ ਸ਼ੇਅਰ ਹੈਗਾ, ਜਦ ਤੁਸੀਂ ਵੋਟ ਲੈਣ ਜਾਂਦੇ ਹੋ ਤਾਂ ਤੁਹਾਡਾ ਹਰ ਜਗ੍ਹਾ ਤੇ ਕੋਨੇ-ਕੋਨੇ 'ਚ ਵੀ ਹਿੰਦੁਸਤਾਨ ਤੁਸੀਂ ਉਹ ਆਪਣਾ ਉਹ ਦਿੰਦੇ ਹੋ ਜਿੱਥੇ ਵੋਟ ਪਾਣ ਲੋਕੀ ਪਾਣ, ਉਹ ਪੂਰਾ ਪ੍ਰਬੰਧ ਹੁੰਦਾ ਹੈ। ਲੇਕਿਨ ਐਗਰੀਕਲਚਰ ਨੂੰ ਕਰਨ ਵਾਸਤੇ ਕਹਿੰਦੇ ਜੀ ਬਹੁਤ ਬੜਾ ਨੰਬਰ ਹੈਗਾ, ਸਿਰਫ ਅਸੀਂ ਕਾਰਪੋਰੇਟ ਨੂੰ ਜਾਂ ਇੰਪਲੋਈਜ਼ ਨੂੰ ਦੇਖਣਾ ਹੈਗਾ, ਬਾਕੀ ਨਹੀਂ ਦੇਖਿਆ ਜਾਂਦਾ। ਅਨਫੋਰਚੂਨੇਟਲੀ ਇਹ ਸਿਚੁਏਸ਼ਨ ਬਣ ਚੁੱਕੀ ਹੈ। ਸਰ ਇਹੀ ਤਾਂ ਗੱਲ ਹੈਗੀ ਕਿ ਅਗਰ ਅਸੀਂ ਹੁਣ ਬੈਠ ਕੇ ਅਗਰ ਅਸੀਂ ਸਮਝ ਕੇ ਨਾ ਕਮਿਸ਼ਨ ਬਣਾ ਲਈਏ, ਕਿਉਂਕਿ ਸੋਚਣਾ ਜ਼ਰੂਰੀ ਹੈ ਸਰ, ਕਿਉਂ ਬਣਾਉਣ ਦੀ ਜ਼ਰੂਰਤ ਹੈਗੀ ਹੈ। ਕਿਸਾਨ ਦੀ ਇਨਕਮ ਐਗਰੀਕਲਚਰ ਤੋਂ, ਸਿਰਫ ਐਗਰੀਕਲਚਰ ਤੋਂ, ਨਾਨ ਫਾਰਮ ਐਕਟੀਵਿਟੀ ਛੱਡ ਦਈਏ, 27 ਰੁਪਏ ਪਰ ਡੇ ਹੈ ਸਰ। 27 ਰੁਪਏ ਪਰ ਡੇ ਸਰ। ਮੈਨੂੰ ਯਾਦ ਹੈ ਇੱਕ ਵਾਰੀ ਨਾ ਜਦ ਗਲੋਬਲਾਈਜੇਸ਼ਨ ਸ਼ੁਰੂ ਹੋਈ ਸੀ, WTO ਸ਼ੁਰੂ ਹੋਇਆ ਸੀਗਾ, ਤਾਂ ਮੈਨੂੰ ਇੱਕ ਇੰਗਲੈਂਡ ਦੀ ਪੱਤਰਿਕਾ ਸੀਗੀ, ਜਰਨਲ ਹੈਗਾ ਉਹਨਾਂ ਦਾ, ਇਕੋਲੋਜਿਸਟ, ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀ ਲਿਖਣ ਵਾਸਤੇ। ਉਸ ਟਾਈਮ ਮੈਂ ਜਦ ਹਿੰਦੁਸਤਾਨ ਦੇ ਕਿਸਾਨ ਨੂੰ ਮੈਂ ਯੂਰਪ ਦੀ ਗਾਏ ਨਾਲ ਕੰਪੇਅਰ ਕੀਤਾ ਸੀਗਾ ਕਿ ਹਿੰਦੁਸਤਾਨ ਦੇ ਕਿਸਾਨ ਨੂੰ ਕਿੰਨਾ ਮਿਲਦਾ ਹੈਗਾ, ਗਾਏ ਨੂੰ ਕਿੰਨਾ ਮਿਲਦਾ ਹੈਗਾ ਉੱਥੇ। ਔਰ ਉਹ ਫਿਰ ਇਟ ਬਿਕੇਮ ਐਨ ਇੰਟਰਨੈਸ਼ਨਲ ਡਿਬੇਟ। ਹਿਊਮਨ ਡਿਵੈਲਪਮੈਂਟ ਰਿਪੋਰਟ ਨੇ ਵੀ ਉਹਨੂੰ ਕੋਟ ਕੀਤਾ, ਵਰਲਡ ਡਿਵੈਲਪਮੈਂਟ ਰਿਪੋਰਟ ਨੇ ਵੀ ਕੀਤਾ, ਉਸੇ ਗੱਲ ਤੇ ਆਪਣਾ ਸਾਰਾ ਕੁਝ ਡਿਜ਼ਾਈਨ ਕੀਤਾ ਦੁਬਾਰਾ। ਪਰ ਮੈਨੂੰ ਅੱਛਾ ਲੱਗਿਆ ਸੀ ਕਿ ਉਸ ਟਾਈਮ ਚਰਚਾ ਹੋਈ ਸੀਗੀ। ਹੁਣ ਤਾਂ ਬਹੁਤ ਸਾਲ ਹੋ ਗਏ। ਹੁਣ ਹਿੰਦੁਸਤਾਨ 'ਚ ਹਾਲਾਤ ਇਹ ਹੈਗੇ ਕਿ ਸਾਡਾ ਜਿਹੜੇ ਕਿਸਾਨ ਦੀ ਇਨਕਮ ਹੈ ਉਹ ਗਾਂ ਦੀ ਇਨਕਮ ਤੋਂ ਘੱਟ ਹੋ ਗਈ ਹੈ। ਹੁਣ ਤੁਸੀਂ ਇਹ ਸਿਚੁਏਸ਼ਨ ਜਿਹੜੀ ਹੈਗੀ, ਕਿਉਂ ਨਹੀਂ ਅਸੀਂ ਦੇਖੋ ਨਾ, ਤੁਹਾਡੇ ਕੋਲ ਇੱਕ ਗਾਂ ਹੈਗੀ, ਸਪੋਜ਼ ਕਰੋ, ਜਾਂ ਤੁਹਾਡੇ ਕੋਲ 2 ਗਊਆਂ ਹੈਗੀਆਂ, ਤੁਹਾਨੂੰ ਦਿਨ ਦਾ ਜਿਹੜਾ ਪੈਸਾ ਉਹਦਾ ਨਿਕਲ ਕੇ ਆਉਂਦਾ, ਇਨਕਮ ਜਿਹੜੀ ਹੱਥ 'ਚ ਆਉਂਦੀ ਹੈਗੀ ਹੈ, ਜੋ ਆਪਾਂ ਪਹਿਲੇ ਗੱਲ ਕਰ ਰਹੇ ਸੀਗੇ ਕਿ ਕਿੰਨਾ ਬੜਾ ਸ਼ੇਅਰ ਹੈਗਾ ਦੁੱਧ ਦਾ, ਉਹ ਇਨਕਮ ਕਿਸਾਨ ਦੀ ਇਨਕਮ ਤੋਂ ਜ਼ਿਆਦਾ ਹੈ ਸਰ। ਅੱਜ ਇਹ ਹਾਲਾਤ ਆ ਚੁੱਕੇ ਹੈ, ਲੇਕਿਨ ਕਿਤੇ ਗੱਲ ਨਹੀਂ ਹੁੰਦੀ ਹੈ। ਮੈਨੂੰ ਲੱਗਦਾ ਕਿ ਦੋਨੋਂ ਕੰਪੇਅਰ ਆਪਾਂ ਕਰ ਲਈਏ ਨਾ ਤਾਂ ਸਾਨੂੰ ਸਮਝ ਆ ਜਾਂਦਾ ਕਿ ਐਗਰੀਕਲਚਰ ਦੀ ਇੰਨੀ ਬੁਰੀ ਸਿਚੁਏਸ਼ਨ ਕਿਉਂ ਹੈਗੀ ਹੈ। ਹੁਣ ਦੇਖੋ ਨਾ, ਇੱਕ ਰਿਪੋਰਟ ਆਈ ਸੀ ਕਿ ਤੁਹਾਨੂੰ ਯਾਦ ਹੋਏਗਾ, 2016 ਦੀ ਰਿਪੋਰਟ ਹੈਗੀ ਹੈ, ਉਹ ਇਕਨੋਮਿਕ ਸਰਵੇ ਵਿੱਚ ਸੀਗੀ। ਉਹ ਇਕਨੋਮਿਕ ਸਰਵੇ ਕਹਿੰਦਾ ਹੈਗਾ ਕਿ 17 ਰਾਜ ਵਿੱਚ, ਮੈਂ ਕਈ ਜਗ੍ਹਾ ਪਹਿਲੇ ਵੀ ਕੋਟ ਕੀਤਾ, 17 ਰਾਜ ਮਤਲਬ ਅੱਧਾ ਦੇਸ਼ ਹੋ ਗਿਆ, ਅੱਧੇ ਦੇਸ਼ ਵਿੱਚ ਕਿਸਾਨ ਦੀ ਇਨਕਮ 20,000 ਰੁਪਏ ਸਾਲ ਦੀ।
ਹੁਣ ਉਹਦੇ ਬਾਅਦ ਤੁਸੀਂ ਕਿਹਾ ਡਬਲ ਕਰਾਂਗੇ ਇਨਕਮ, ਡਬਲ ਤਾਂ ਹੋਈ ਨਹੀਂ, ਉਹਦਾ ਕਾਸਟ ਵੱਧ ਗਈ ਹੈ ਡਬਲ ਜਿਹੜੀ ਹੋਈ ਹੈਗੀ ਹੈ ਇਨ ਦਿਸ ਪੀਰੀਅਡ ਹੈ ਨਾ। ਤੇ ਕਰਨੀ ਹੈ ਨਾ ਹੁਣ ਅੱਗੇ ਚੱਲ 100 ਸਾਲ ਦੀ ਤੁਸੀਂ ਠੀਕ ਕਰ ਰਹੇ, ਮਤਲਬ ਕਹਿੰਦੇ ਉਹ ਪਾਸ ਉਹ ਅੱਗੇ, ਮਤਲਬ ਉਹ ਉਸ ਜਿਹੜੇ ਇੱਕ ਟਾਰਗੇਟ ਹੈ ਉਹਨੂੰ ਅਸੀਂ ਅੱਗੇ ਅੱਗੇ ਕਰਦੇ ਜਾਈਏ। ਪਰ ਕਿਉਂ ਨਹੀਂ ਹੋ ਸਕਦਾ ਕਿ 27 ਰੁਪਏ ਜਿਹੜੀ ਇਨਕਮ ਹੈਗੀ ਹੈ ਸਰ ਕਿਸਾਨ ਦੀ ਰੋਜ਼ਾਨਾ ਦੀ, ਅਗਰ ਉਹ ਗਾਂ ਤੋਂ ਵੀ ਥੱਲੇ ਇਨਕਮ ਆ ਜਾਂਦੀ ਹੈ, ਆਈ ਥਿੰਕ ਵੀ ਨੀਡ ਟੂ ਰੀਥਿੰਕ ਔਨ ਦਿਸ ਅਰਜੈਂਟ ਇਸ਼ੂ। ਮੈਂ ਕਹਾਂਗਾ ਪਹਿਲੂ ਨੂੰ ਸਰਕਾਰਾਂ ਨੂੰ ਵਿਚਾਰਨਾ ਪੈਣਾ, ਕੀ ਸਰਕਾਰਾਂ ਲਈ ਸਿਰਫ ਕਾਰਪੋਰੇਟ ਘਰਾਣੇ ਨੇ, ਕੀ ਸਰਕਾਰਾਂ ਲਈ ਸਿਰਫ ਦਵਾਈਆਂ ਤੇ ਬੀਜ ਵੇਚਣ ਵਾਲੀਆਂ ਕੰਪਨੀਆਂ ਨੇ, ਕੀ ਸਰਕਾਰਾਂ ਲਈ ਵਿਗਿਆਨਕ ਜਾਂ ਯੂਨੀਵਰਸਿਟੀਆਂ ਦੇ ਉਹ ਨੁਮਾਇੰਦੇ ਨੇ ਜਿਹੜੇ ਆਪਣੀ ਦੁਕਾਨ ਚਲਾਉਣ ਦੇ ਲਈ ਕੁਛ ਨਾ ਕੁਛ ਬੋਲਦੇ ਰਹਿੰਦੇ ਨੇ। ਪਰ ਕਿਸਾਨੀ ਪਹਿਲੂ ਤੋਂ ਚਰਚਾਵਾਂ ਤਾਂ ਹੁੰਦੀਆਂ ਨੇ, ਦਵਿੰਦਰ ਸ਼ਰਮਾ ਵਰਗੇ ਮਾਹਿਰਾਂ ਨੂੰ ਬੁਲਾ ਕੇ ਸੁਣਿਆ ਤਾਂ ਜਾਂਦਾ, ਪਰ ਉਹਦੇ ਤੇ ਅਮਲ ਕਦੋਂ ਤੋਂ ਸ਼ੁਰੂ ਹੋਏਗਾ? ਇਹ ਵੱਡਾ ਸਵਾਲ ਖੜਾ ਹੈ ਕਿ ਜਿਹੜੇ ਦੇਸ਼ ਦੇ ਵਿੱਚ ਕਿਸਾਨ ਦੀ ਔਸਤ ਆਮਦਨ 27 ਰੁਪਏ ਪ੍ਰਤੀ ਦਿਨ ਹੋਵੇ, ਉਹ ਫਿਰ ਹਿਸਾਬ ਲਾਓ ਕਿ ਉਹ ਆਪਣੀ ਜ਼ਿੰਦਗੀ ਦੀ ਗੁਜ਼ਰ ਬਸਰ ਕਿਵੇਂ ਕਰੇਗਾ। ਇਹ ਵੱਡਾ ਸਵਾਲ ਹੈ, ਇਸੇ ਲਈ ਅਸੀਂ ਵੱਡੇ ਪਹਿਲੂ ਤੇ ਚਰਚਾ ਲੈ ਕੇ ਹਾਜ਼ਰ ਹੁੰਦੇ ਹਾਂ। ਤੁਸੀਂ ਵੇਖਦੇ ਰਹੋ ਪੰਜਾਬ ਟੈਲੀਵਿਜ਼ਨ। ਬਹੁਤ ਬਹੁਤ ਸ਼ੁਕਰੀਆ ਸ਼ਰਮਾ ਜੀ, ਬਹੁਤ ਧੰਨਵਾਦ ਅਮੀਰ ਭਾਜੀ।